इस संसार दे अंदर ਜਦੋਂ ਕੋਈ ਸਰੀਰਧਾਰੀ ਮਨੁੱਖ ਜਨਮ ਲੈਂਦਾ ਹੈ, ਉਸ ਦੇ ਜਨਮ ਦਾ ਕੋਈ ਨਾ ਕੋਈ ਪੂਰਬਲੇ ਜਨਮ ਕਰਮ ਕਰਕੇ ਕਿਸੇ ਵਾਸ਼ਨਾ ਜਾਂ ਕਾਮਨਾ ਦੇ ਅਧੀਨ ਉਸ ਦਾ ਜਨਮ ਹੁੰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਜ਼ਿਕਰ ਕੀਤਾ ਹੈ, ਪੂਰਬਲੇ ਜਨਮ ਔਰ ਕਰਮ ਕਰਕੇ ਇਸ ਸੰਸਾਰ ਵਿੱਚ ਬਾਰ-ਬਾਰ ਆਉਣਾ ਪੈਂਦਾ ਹੈ। ਜਮ ਜਮ ਮਰੈ, ਮਰੈ ਫਿਰ ਜੰਮੈ। ਬਾਰ-ਬਾਰ ਸੰਸਾਰ ਵਿੱਚ ਜਨਮ ਲੈਣਾ। ਭਾਈ ਗੁਰਦਾਸ ਜੀ ਲਿਖਦੇ, ਜੁਗ ਜੁਗ ਮੇਰ ਸਰੀਰ ਕਾ, ਵਾਸ਼ਨਾ ਬੱਧਾ ਆਵੈ ਜਾਵੈ। ਫਿਰ ਬਟਾਈ ਹੈ, ਬਾਰ-ਬਾਰ ਸਰੀਰ ਧਾਰਨ ਕਰਨਾ ਪੈਂਦਾ ਹੈ। ਕਿਸ ਕਰਕੇ? ਕਿਸੇ ਵਾਸ਼ਨਾ ਕਰਕੇ, ਕਿਸੇ ਕਾਮਨਾ ਕਰਕੇ। ਇੱਛਾਵਾਂ ਰਹਿ ਜਾਂਦੀਆਂ ਨੇ, ਉਮਰ ਮੁੱਕ ਜਾਂਦੀ ਹੈ, ਉਸ ਨੂੰ ਦੁਬਾਰਾ ਸਰੀਰ ਧਾਰਨ ਕਰਨਾ ਪੈਂਦਾ। ਔਰ ਜ਼ਰੂਰੀ ਨਹੀਂ ਕਿ ਉਹ ਸਰੀਰ ਮਾਨਸ ਦੇਹੀ ਦਾ ਹੋਵੇ। ਇਸ ਗੱਲ ਦਾ ਹਵਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕੀਤਾ ਹੈ, ਜਿਸ ਤਰ੍ਹਾਂ ਦੀ ਇੱਛਾ ਰਹਿ ਜਾਏ ਉਸੇ ਤਰ੍ਹਾਂ ਦਾ ਜਨਮ ਹੁੰਦਾ ਹੈ। ਜੇ ਕਿਸੇ ਦੀ ਇੱਛਾ ਵਿੱਚ ਸੰਸਾਰ ਦੇ ਪਦਾਰਥ, ਧਨ ਦੌਲਤ, ਮਾਇਆ ਰਹਿ ਜਾਏ, ਉਹਨੂੰ ਉਸੇ ਤਰ੍ਹਾਂ ਦਾ ਜਨਮ ਮਿਲਦਾ ਹੈ। ਜੇ ਕਿਸੇ ਦੀ ਅੰਤਿਕਰਨ ਦੇ ਅੰਦਰ, ਸੁਰਤੀ ਵਿੱਚ ਅੰਤ ਵੇਲੇ ਪੁੱਤਰ ਧੀਆਂ ਰਹਿ ਜਾਣ, ਉਸ ਨੂੰ ਉਸੇ ਤਰ੍ਹਾਂ ਦਾ ਜਨਮ ਮਿਲਦਾ ਹੈ। ਜੇ ਕਿਸੇ ਦੀ ਸੁਰਤੀ ਵਿੱਚ ਅੰਤ ਵੇਲੇ ਘਰ-ਬਾਰ, ਕਾਰਾਂ ਕੋਠੀਆਂ ਰਹਿ ਜਾਣ, ਫਿਰ ਉਸ ਨੂੰ ਉਸ ਤਰ੍ਹਾਂ ਦਾ ਜਨਮ ਮਿਲਦਾ। ਭਗਤ ਤਰਲੋਚਨ ਜੀ ਦਾ ਸ਼ਬਦ ਹੈ, ਉੱਥੇ ਮਹਾਰਾਜ ਕਹਿੰਦੇ ਨੇ, ਜੇ ਕਿਸੇ ਨੂੰ ਅੰਤ ਵੇਲੇ ਸੁਰਤੀ ਦੇ ਸਿਮਰਨ ਵਿੱਚ ਮਾਇਆ ਰਹਿ ਜਾਏ ਤਾਂ ਉਸ ਦਾ ਜਨਮ ਧਰਤੀ 'ਤੇ ਹੁੰਦਾ ਹੈ, ਔਰ ਬਾਰ-ਬਾਰ ਹੁੰਦਾ ਹੈ। ਜਿੰਨੀ ਦੇਰ ਅਕਾਲ ਪੁਰਖ ਵਾਹਿਗੁਰੂ ਉਸ ਦੀ ਜੂਨ ਨਾ ਬਦਲਦਾ ਹੈ, ਉਹ ਸੰਸਾਰ ਵਿੱਚ ਫਿਰ ਜੂਨ ਧਾਰਨ ਕਰਦਾ ਸੱਪ ਦੀ। ਸ਼ਬਦ ਤੁਹਾਨੂੰ ਯਾਦ ਹੈ, ਜਿੱਥੇ ਮਹਾਰਾਜ ਕਹਿੰਦੇ ਨੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਉਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰੈ। ਆਸਟ੍ਰੇਲੀਆ ਵਿੱਚ ਤਿੰਨਾਂ ਭਰਾਵਾਂ ਨੇ ਇੱਧਰੋਂ ਜਗ੍ਹਾ ਜ਼ਮੀਨ ਵੇਚ ਕੇ ਇਕੱਠਿਆਂ ਇੱਕ ਬਹੁਤ ਵੱਡਾ ਬੰਗਲਾ ਲਿਆ, ਘਰ ਲਿਆ, ਫਾਰਮ ਹਾਊਸ, ਨਾਲ ਜ਼ਮੀਨ ਵੀ ਸੀ। ਉਹ 2 ਜਾਂ 3 ਮਹੀਨੇ ਤਕਰੀਬਨ ਉਸ ਘਰ ਵਿੱਚ ਰਹੇ। ਤਾਂ ਕਹਿੰਦੇ, ਪਹਿਲਾਂ ਤਾਂ ਭਾਈ ਸਾਹਿਬ ਸਾਨੂੰ ਐਂ ਲੱਗਾ ਵੀ ਸਾਡਾ ਵਹਿਮ ਭਰਮ ਹੈ। ਜਦੋਂ ਫਿਰ ਘਰ ਦੀਆਂ ਮਾਈਆਂ ਵਿੱਚ ਉਹ ਡਰ ਪੈ, ਦਹਿਸ਼ਤ, ਫਿਰ ਬੱਚਿਆਂ ਵਿੱਚ ਡਿਪਰੈਸ਼ਨ ਹੋਣ ਲੱਗ ਪਿਆ। ਤਾਂ ਉਸ ਫਾਰਮ ਹਾਊਸ ਵਿੱਚ, ਉਹ ਬੰਗਲੇ ਵਿੱਚ ਆਵਾਜ਼ਾਂ ਸੁਣਾਈ ਦਿੰਦੀਆਂ ਸੀ। ਐਂ ਲੱਗਦਾ ਸੀ ਜਿਵੇਂ ਕੋਈ ਬੰਦੇ ਲੰਘ ਰਹੇ ਨੇ। ਤਾਂ ਉਹ ਸਹਿਜੇ ਉਹ ਘਰ ਉਹਨਾਂ ਨੂੰ ਡਰ ਦੇਣ ਲੱਗ ਪਿਆ। ਉਹ ਡਰ ਦੇ ਭੈ ਵਿੱਚ, ਡਿਪਰੈਸ਼ਨ ਵਿੱਚ ਰਹਿਣ ਲੱਗ ਪਏ। ਅਖੀਰ ਉਹ ਸਾਰਾ ਪਰਿਵਾਰ ਫਿਰ ਇੱਥੇ ਪੰਜਾਬ ਆ ਗਿਆ। ਤਾਂ ਮਹਾਂਪੁਰਸ਼ਾਂ ਦੇ ਕਹਿਣ ਉੱਤੇ ਉਹਨਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਕਰਾਇਆ, ਤਾਂ ਸੁਰਤੀ ਦਾ ਸੰਤੁਲਨ ਤਾਂ ਸਹੀ ਹੋ ਗਿਆ। ਫਿਰ ਉਹ ਮਹਾਂਪੁਰਸ਼ਾਂ ਕਿਹਾ, ਭਾਈ ਉਹ ਘਰ ਵੇਚ ਦਿਓ। ਉਹ ਕਹਿੰਦੇ, ਜੀ ਕਿਉਂ? ਕਹਿੰਦੇ, ਭਾਈ ਉੱਥੇ ਰਹਿਣ ਵਾਲਿਆਂ ਦੀਆਂ ਰੂਹਾਂ ਉੱਥੇ ਰਹਿ ਗਈਆਂ ਨੇ, ਇਸ ਕਰਕੇ ਉਹ ਰੂਹਾਂ ਪ੍ਰੇਤ ਦੀ ਜੂਨ ਵਿੱਚ ਜਿੰਨੀ ਦੇਰ ਮੁਕਤੀ ਨਹੀਂ, ਉੱਥੇ ਡਰ ਦੇਣਗੀਆਂ। ਫਿਰ ਸਾਧ ਸੰਗਤ ਉਹਨਾਂ ਨੇ ਉਹ ਫਾਰਮ ਹਾਊਸ ਵੇਚ ਦਿੱਤਾ। ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਬਲ ਬਲ ਉਤਰੈ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ,
ਸੁਕਰ ਜੋਨ ਬਲ ਬਲ ਉਤਰੈ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵੇਸ਼ਵਾ ਜੋਨ ਬਲ ਬਲ ਉਤਰੈ। ਮਹਾਰਾਜ ਮੁਕਤ ਕੌਣ ਹੁੰਦਾ? ਫਿਰ ਸਾਹਿਬ ਨੇ ਬਚਨ ਕਹੇ, ਅੰਤ ਕਾਲ ਨਾਰਾਇਣ ਸਿਮਰੈ। ਅੰਤ ਵੇਲੇ ਸੁਰਤੀ ਵਿੱਚ ਆ ਜਾਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਬੰਦਾ ਡੈਫੀਨੇਟ ਮੁਕਤ ਹੁੰਦਾ। ਹਰ ਰੋਜ਼ ਸਤਸੰਗਤ ਕਰਨ ਦਾ ਜਿਹੜਾ ਪਾਤਸ਼ਾਹ ਨੇ ਸਾਨੂੰ ਕਨਸੈਪਟ ਦਿੱਤਾ ਹੈ, ਨਾਮ ਜਪਣ ਦਾ, ਨਿਤਨੇਮ ਕਰਨ ਦਾ, ਉਹਦਾ ਭਾਵ ਅਰਥ ਹੀ ਇਹ ਹੈ, ਜਦੋਂ ਇਸ ਸਰੀਰ ਦਾ ਅੰਤਮ ਸਮਾਂ ਆਵੇ ਤਾਂ ਉਹਦੀ ਸੁਰਤੀ ਦੇ ਸਾਹਮਣੇ ਉਸੇ ਤਰ੍ਹਾਂ ਦਾ ਆਨੰਦ ਬਣ ਜਾਏ ਜਿਹੜਾ ਉਹਨੇ ਬਾਣੀ ਪੜ੍ਹਦਿਆਂ ਕਿਤੇ ਮਾਣਿਆ। ਜਿਸ ਤਰ੍ਹਾਂ ਦਾ ਆਨੰਦ ਰੂਹ ਨੇ, ਸੁਰਤ ਨੇ ਸਤਸੰਗਤ ਵਿੱਚ ਕਿਤੇ ਮਾਣਿਆ, ਉਸੇ ਤਰ੍ਹਾਂ ਦਾ ਉਹਦਾ ਮਾਹੌਲ ਉਸ ਵਕਤ ਕ੍ਰੀਏਟ ਹੋ ਜਾਏ। ਇਸ ਵਾਸਤੇ ਇਹ ਸਤਸੰਗਤ ਕਰਨੀ। ਇਸੇ ਲਈ ਹਜ਼ੂਰ ਨੇ ਬਚਨ ਕਿਹਾ, ਭਾਈ ਜੇ ਤੂੰ ਚਾਹੁੰਦਾ ਦਰਗਾਹ ਵਿੱਚ ਥਾਂ ਮਿਲ ਜਾਏ, ਫਿਰ ਤੈਨੂੰ ਐਵਰੀਡੇ 4 ਕਰਮ ਤਾਂ ਕਰਨੇ ਹੀ ਪੈਣਗੇ। ਮਹਾਰਾਜ ਉਹ ਕਿਹੜੇ? ਕਹਿਣ ਲੱਗੇ ਤਾਂ ਅੰਤੇ ਕਰਨ ਵਿੱਚ, ਸੁਰਤ ਵਿੱਚ, ਮਨ ਹਿਰਦੇ ਵਿੱਚ ਚੇਤੇ ਜ਼ਰੂਰ ਕਰਿਆ ਕਰ। ਦਿਨ ਵਿੱਚ 2 ਵਾਰ 4 ਵਾਰ 10 ਵਾਰ ਉਸ ਵਾਹਿਗੁਰੂ ਨੂੰ ਚੇਤੇ ਕਰ ਮਨ ਵਿੱਚ। ਹੁਣ ਮਨ ਵਿੱਚ ਤੈਨੂੰ ਸੁਰਤ ਵਿੱਚ, ਅੰਤ ਕਰਨ ਵਿੱਚ ਉਹ ਯਾਦ ਰਵੇ, ਉਹਦੇ ਵਾਸਤੇ ਬਾਹਰੋਂ ਅਭਿਆਸ ਕਰਨਾ ਫਿਰ ਜ਼ਰੂਰੀ ਹੈ। ਤੁਰਦਿਆਂ ਫਿਰਦਿਆਂ ਰਸਨਾ ਤੋਂ ਵੀ ਕਹੀ ਜਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜੇਬਾਂ ਨਾਲ ਜਪਣਾ ਹੈ, ਰਸਨਾ ਨਾਲ। ਤੀਜਾ, ਹੁਣ ਰਸਨਾ ਨਾਲ ਜਪਣ ਲਈ ਉਸ ਤਰ੍ਹਾਂ ਦਾ ਮਾਹੌਲ ਬਣੇ, ਕਿਉਂਕਿ ਜੋ ਤੁਹਾਨੂੰ ਅੱਖਾਂ ਨਾਲ ਸਾਹਮਣੇ ਦਿਸ ਰਿਹਾ ਤੁਸੀਂ ਉਹਦਾ ਹੀ ਧਿਆਨ ਧਰੋਗੇ। ਬਾਜ਼ਾਰ ਵਿੱਚ ਜਿਸ ਤਰ੍ਹਾਂ ਦੇ ਬਾਜ਼ਾਰ 'ਚੋਂ ਲੰਘ ਰਹੇ ਹੋ ਤਾਂ ਉਹ ਕੱਪੜੇ ਦਾ ਬਾਜ਼ਾਰ ਹੈ, ਤਾਂ ਸੁਰਤੀ ਵਿੱਚ ਕੱਪੜੇ ਦੀ ਗੱਲ ਚੱਲੇਗੀ। ਸੁਨਿਆਰ ਦੇ ਬਾਜ਼ਾਰ ਵਿੱਚੋਂ ਲੰਘ ਰਹੇ ਹੋ, ਉਹ ਵੇਖ ਕੇ ਸੋਨੇ ਦੀਆਂ ਗੱਲਾਂ ਚੱਲਣਗੀਆਂ। ਇਸ ਤਰ੍ਹਾਂ ਮਹਾਰਾਜ ਨੇ ਕਿਹਾ, ਦਿਨ ਵਿੱਚ 1 ਵਾਰ ਤਾਂ ਤੈਨੂੰ ਗੁਰੂ ਕੋਲੋਂ ਲੰਘਣਾ ਪੈਣਾ, ਤਾਂ ਜੋ ਤੇਰੀ ਸੁਰਤ ਵੀ ਜਪਣ ਲੱਗ ਜਾਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਸ ਲਈ 1 ਵਾਰ ਅੱਖਾਂ ਨਾਲ ਵੀ ਗੁਰੂ ਦੇ ਦਰਸ਼ਨ ਕਰ, ਔਰ ਫਿਰ ਕੰਨਾਂ ਨਾਲ ਸੁਰਤ ਸੁਣ, ਕੰਨਾਂ ਨਾਲ ਉਸ ਵਾਹਿਗੁਰੂ ਦਾ ਨਾਮ ਸੁਣ। ਜਦੋਂ ਤੂੰ ਜਪੇ, ਰਿਵਰਸ ਤੇਰੇ ਕੰਨ ਸੁਣਨ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਇਹ 4 ਕਰਮ ਤੂੰ ਸਤਿਗੁਰੂ ਨਾਲ ਰਤਿਆ ਜਾਏਗਾ। ਅੰਤ ਵੇਲੇ ਇਹ ਤੈਨੂੰ ਦਰਗਾਹ ਵਿੱਚ ਥਾਂ ਦਿਵਾਉਣਗੇ। ਉਸੇ ਵਕਤ ਜਦੋਂ ਅੰਤਮ ਸਮਾਂ, ਸਰੀਰ ਦਾ ਸਮਾਂ ਨੇੜੇ ਆਉਣਾ, ਉਦੋਂ ਉਸ ਤਰ੍ਹਾਂ ਦਾ ਮਾਹੌਲ ਬਣੇਗਾ ਤੇਰਾ। ਸ਼ਬਦ ਵੀ ਤੁਹਾਨੂੰ ਯਾਦ ਹੈ, ਜਿੱਥੇ ਹਜ਼ੂਰ ਕਹਿੰਦੇ, ਸ਼ਲੋਕ ਮਹੱਲਾ 5ਵਾਂ, ਅੰਤਰ ਗੁਰ ਆਰਾਧਣਾ, ਜਿਹਬਾ ਜਪ ਗੁਰ ਨਾਉ। ਪੜੋ, ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰ ਨਾਉ। ਇਹਦੇ ਨਾਲ ਕੀ ਹੋਏਗਾ? 4 ਕਰਮ ਕਰਨ ਨਾਲ ਫਿਰ ਸਤਿਗੁਰ ਸੇਤੀ ਰਤਿਆ, ਦਰਗਾਹ ਪਾਈਐ ਠਾਓ। ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਥ ਦੇ, ਜਗ ਮੈਂ ਉੱਤਮ ਕਾਢੀਐ, ਵਿਰਲੇ ਕੇਈ ਕੇ। ਭਾਈਓ, ਜਗਤ ਵਿੱਚ ਵਿਰਲੇ ਨੇ ਫਿਰ ਜਿਹੜੇ ਕਰਮ ਕਮਾ ਜਾਂਦੇ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਵਦ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਬਾਗ ਹਿਰਦੈ ਵਸੈ। ਉਹ ਮੁਕਤ ਹੈ। ਤੇ ਜੇ ਹਰ ਇੱਕ ਇਨਸਾਨ ਦਾ, ਜੀਵ ਦਾ ਜਨਮ ਕਿਸੇ ਵਾਸ਼ਨਾ ਕਰਕੇ ਹੁੰਦਾ ਹੈ, ਕਿਸੇ ਕਾਮਨਾ ਕਰਕੇ ਹੁੰਦਾ ਹੈ, ਕੋਈ ਮਨ ਵਿੱਚ ਇੱਛਾ ਰਹਿ ਗਈ, ਉਮਰ ਖਤਮ ਹੋ ਗਈ, ਉਹਨੂੰ ਦੁਬਾਰਾ ਜਨਮ ਲੈਣਾ ਪੈਂਦਾ। ਫਿਰ ਕਿਸੇ ਸੰਤ ਦਾ ਜਨਮ ਕਿਉਂ ਹੁੰਦਾ ਹੈ? ਸੰਤ ਦੀ ਤਾਂ ਕੋਈ ਇੱਛਾ ਨਹੀਂ ਹੈ, ਉਹ ਤਾਂ ਮੁਕਤ ਹੈ। ਉਹਨੂੰ ਧਰਤੀ ਉੱਤੇ ਕਿਉਂ ਸਰੀਰ ਧਾਰਨ ਕਰਨਾ ਪੈਂਦਾ? ਉਹਦੇ ਬਾਰੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਭਾਈ ਸੰਤ ਜਨਮ ਮਰਨ ਵਿੱਚ ਨਹੀਂ ਹੈ, ਸਾਧੂ ਜਨਮ ਤੇ ਮਰਨ ਵਿੱਚ ਨਹੀਂ ਹੈ। ਮਹਾਰਾਜ ਫਿਰ ਉਹ ਕਿਉਂ ਜਨਮ ਲੈਂਦੇ? ਕਹਿਣਗੇ ਉਹਨਾਂ ਦੀ ਵੀ ਪਿਛਲੇ ਜਨਮ ਵਿੱਚ ਕੋਈ ਵਾਸ਼ਨਾ ਰਹਿ ਗਈ, ਉਹਦੇ ਤਹਿਤ ਉਹਨਾਂ ਨੂੰ ਸੰਸਾਰ ਵਿੱਚ ਸਰੀਰ ਦਿੱਤਾ ਹੈ,
ਪਰ ਉਹਨਾਂ ਦੀ ਵਾਸ਼ਨਾ ਕੀ ਰਹਿ ਗਈ? ਉਹਨਾਂ ਦੀਆਂ ਵਾਸ਼ਨਾਵਾਂ ਕਾਮਨਾਵਾਂ ਸੰਸਾਰੀ ਨਹੀਂ, ਇੱਕ ਸਾਧੂ ਦੀ ਸੁਰਤ ਵਿੱਚ ਵਾਸ਼ਨਾ ਰਹਿ ਗਈ। ਮੈਂ ਅਜੇ ਹੋਰ ਪਰਉਪਕਾਰ ਕਰਨਾ ਹੈ, ਮੈਂ ਅਜੇ ਹੋਰ ਸੇਵਾ ਕਰਨੀ ਹੈ। ਉਮਰ ਮੁੱਕ ਜਾਂਦੀ ਹੈ, ਸੇਵਾ ਦਾ ਪਰਉਪਕਾਰ ਦਾ ਅੰਦਰ ਇੱਛਾ ਰਹਿ ਜਾਂਦੀ ਹੈ, ਉਹਨੂੰ ਦੁਬਾਰਾ ਅਗਲੇ ਜਨਮ ਵਿੱਚ ਫਿਰ ਆਉਣਾ ਪੈਂਦਾ। ਇਸ ਲਈ ਸਾਧ ਸੰਗਤ ਹਜ਼ੂਰ ਨੇ ਕਿਹਾ ਜਨਮ ਮਰਨ ਦੋਹੂ ਮੈਂ ਨਾਹੀ। ਫਿਰ ਕਿਉਂ ਆਏ? ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਉਹਨਾਂ ਦੀ ਡਿਊਟੀ ਪਰਉਪਕਾਰ ਵਾਸਤੇ ਲੱਗਦੀ ਹੈ। ਔਰ ਸਾਧ ਸੰਗਤ ਕਿਸੇ ਇੰਸਟੀਚਿਊਟ ਕਿਸੇ ਕਾਲਜ ਵਿੱਚ ਸੰਤ ਬਣਾਏ ਨਹੀਂ ਜਾਂਦੇ, ਉਹ ਤੁਰ ਦਰਗਾਹ ਤੋਂ ਸੇਵਾ ਥਾਪੀ ਆਉਂਦੀ ਹੈ ਧਰਤੀ ਤੇ। ਐਂ ਜੇ ਬਣਾਏ ਜਾਂਦੇ ਹੁਣ ਸਾਰੀ ਦੁਨੀਆ ਬਣ ਜਾਏ। ਸਤਿਗੁਰ ਸੱਚੇ ਪਾਤਸ਼ਾਹ ਨੇ ਜੀਵਨ ਸਫਲ ਕਰਨ ਲਈ ਗੁਰਸਿੱਖਾਂ ਨੂੰ ਜਦੋਂ ਬਖਸ਼ਿਸ਼ ਕੀਤੀ ਤਾਂ ਸਾਧ ਸੰਗਤ ਸਤਿਗੁਰ ਜੀ ਨੇ ਉਹ ਮਾਰਗ ਦੱਸਿਆ, ਭਾਈ ਤੁਸੀਂ ਬਾਣੀ ਨੂੰ ਸੁਣਨਾ ਹੈ, ਸਮਝਣਾ ਹੈ ਤੇ ਕਮਾਉਣਾ ਹੈ। ਜਿੱਦਣ ਕੋਈ ਸਿੱਖ ਗੁਰੂ ਦੇ ਅਨੁਸਾਰ, ਕੋਈ ਗੁਰਮੁਖ ਗੁਰੂ ਦੀ ਦੱਸੇ ਹੋਏ ਸਬਜੈਕਟ ਨੂੰ ਚੰਗੀ ਤਰ੍ਹਾਂ ਕਮਾ ਲੈਂਦਾ, ਗੁਰੂ ਦੀ ਪ੍ਰੀਖਿਆ ਵਿੱਚੋਂ ਪਾਸ ਹੋ ਜਾਂਦਾ, ਉਦਣ ਸਾਧ ਸੰਗਤ ਗੁਰੂ ਉਹਨੂੰ ਗੁਰਮੁਖ ਦਾ ਦਰਜਾ ਦੇ ਦਿੰਦਾ। ਹੁਣ ਗੁਰੂ ਦੀ ਪ੍ਰੀਖਿਆ ਕੀ ਹੈ? ਸੰਸਾਰ ਵਿੱਚ ਰਹਿੰਦਿਆਂ ਦੁੱਖ ਸੁੱਖ, ਹਰਖ ਸੋਗ, ਖੁਸ਼ੀ ਗਮ, ਤੰਦਰੁਸਤੀ ਰੋਗ, ਉਸਤਤ ਨਿੰਦਿਆ, ਹਾਨ ਤੇ ਲਾਭ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਣਾ, ਇਹ ਗੁਰਮੁਖ ਦੀ ਡਿਗਰੀ ਹੈ। ਇੱਕ ਕਲਾਸ ਵਿੱਚ ਨਹੀਂ, ਇੱਕ ਪੂਰੇ ਸਕੂਲ ਕਾਲਜ ਵਿੱਚ ਵੇਖੋ, ਹਜ਼ਾਰਾਂ ਹੀ ਸਟੂਡੈਂਟ ਪੜ੍ਹ ਕੇ ਨਿਕਲਦੇ ਨੇ, ਪਰ ਕਈਆਂ ਕਾਲਜਾਂ ਨੂੰ ਚਲਦਿਆਂ 50-50 ਸਾਲ ਹੋ ਗਏ, ਹਜ਼ਾਰਾਂ ਲੱਖਾਂ ਸਟੂਡੈਂਟ ਉੱਥੋਂ ਪੜ੍ਹ ਗਏ, ਪਰ ਸਾਧ ਸੰਗਤ ਕੋਈ ਵਿਰਲੇ ਇੱਕ ਦੋ ਉਸ ਕਾਲਜ ਵਿੱਚੋਂ IPS ਨਿਕਲਦੇ ਨੇ। ਮਾਫ ਕਰਿਓ, ਸਾਰੇ ਸਟੂਡੈਂਟ IPS ਨਹੀਂ ਬਣਦੇ। ਕੋਈ ਇੰਜੀਨੀਅਰ ਬਣ ਸਕਦੇ ਨੇ, ਡਾਕਟਰ ਬਣ ਸਕਦੇ ਨੇ, ਉਹ ਵੀ ਗਿਣਤੀ ਵਿੱਚ। ਪਰ ਕੁਝ ਡਿਗਰੀਆਂ ਐਸੀਆਂ ਨੇ ਜਿਹੜੀਆਂ ਹਰ ਕਾਲਜ ਵਿੱਚੋਂ ਉਹ ਸਟੂਡੈਂਟ ਨਹੀਂ ਨਿਕਲ ਸਕਦੇ। ਉਹਨਾਂ ਵਿੱਚੋਂ ਹਜ਼ਾਰਾਂ ਤੋਂ ਬਾਅਦ, ਕੋਈ ਲੱਖਾਂ ਸਟੂਡੈਂਟਾਂ ਤੋਂ ਬਾਅਦ ਕੋਈ ਇੱਕ ਅੱਧ ਉਸ ਕਾਲਜ ਵਿੱਚੋਂ IPS ਬਣ ਕੇ ਨਿਕਲਦਾ। ਇਸ ਤਰ੍ਹਾਂ ਸਾਧ ਸੰਗਤ ਗੁਰੂ ਦੇ ਦਰ ਉੱਤੇ ਵੀ ਆਪਾਂ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਹੀ ਸਿੱਖ ਸੇਵਾ ਕਮਾ ਰਹੇ ਹਾਂ, ਪਰ ਇਹ ਸੱਚ ਹੈ ਉਹਨਾਂ ਲੱਖਾਂ ਵਿੱਚੋਂ ਕਿਸੇ ਵਿਰਲੇ ਨੂੰ ਗੁਰੂ ਚੁਣਦਾ, ਜਿਹਨੂੰ ਚੁਣਨ ਤੋਂ ਬਾਅਦ ਆਪਣੀ ਸੇਵਾ ਬਖਸ਼ਦਾ, ਉਹਨੂੰ ਫਿਰ ਸਾਹਿਬ ਨੇ ਕਿਹਾ ਉਹ ਜਨਮ ਤੇ ਮਰਨ ਤੋਂ ਮੁਕਤ ਔਰ ਉਹ ਜੀਵਨ ਸਫਲ ਕਰ ਜਾਂਦੇ। ਜਦੋਂ ਗੁਰੂ ਉਹਨਾਂ ਦੀ ਚੋਣ ਕਰਦਾ, ਗੁਰੂ ਉਸ ਪ੍ਰੀਖਿਆ ਦੇ ਵਿੱਚੋਂ, ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਵੀ ਇਹ ਬੇਨਤੀ ਕਹੀ, ਜਿਵੇਂ ਜਿਵੇਂ ਕਲਾਸਾਂ ਵੱਧਦੀਆਂ ਨਾ ਤਿਵੇਂ ਤਿਵੇਂ ਕਿਤਾਬਾਂ ਘਟਦੀਆਂ ਨੇ। ਛੋਟੀ ਕਲਾਸ ਵਿੱਚ ਬੈਗ ਬਹੁਤ ਵੱਡਾ, ਕਈ ਵਾਰ ਤਾਂ ਪੇਰੈਂਟਸ ਨੂੰ, ਮਾਂ ਪਿਓ ਨੂੰ ਚੁੱਕ ਕੇ ਬੈਗ ਲੈ ਕੇ ਜਾਣਾ ਪੈਂਦਾ, ਉਹ ਬੱਸ ਤੱਕ ਵੀ ਛੱਡਣ ਜਾਂਦੇ ਨੇ, ਸਕੂਲ ਵਿੱਚ ਵੀ। ਬੱਚੇ ਦੀ ਕਲਾਸ ਛੋਟੀ ਹੈ, ਕਿਤਾਬਾਂ ਦਾ ਬੈਗ ਵੱਡਾ ਹੈ। ਜਿਵੇਂ ਜਿਵੇਂ ਉਹਦੀਆਂ ਕਲਾਸਾਂ ਵੱਡੀਆਂ ਹੁੰਦੀਆਂ ਜਾਂਦੀਆਂ ਨੇ, ਉਹ ਕਲਾਸ ਪਾਸ ਕਰਦਾ ਜਾਂਦਾ, ਤਿਵੇਂ ਤਿਵੇਂ ਬੁੱਕਸ ਘਟਦੀਆਂ ਜਾਂਦੀਆਂ ਨੇ। ਇੱਕ ਕਾਲਜ ਵਿੱਚ ਇੱਦਾਂ ਦੀ ਵੀ ਫਿਰ ਕਲਾਸ ਆ ਜਾਂਦੀ ਹੈ ਜਿੱਥੇ ਇੱਕੋ ਹੀ ਬੁੱਕ ਔਰ ਇੱਕੋ ਹੀ ਉਹਦੇ ਹੱਥ ਵਿੱਚ ਰਜਿਸਟਰ ਹੈ, ਉਹਨੂੰ ਬਹੁਤੀਆਂ ਕਿਤਾਬਾਂ ਦੀ ਲੋੜ ਨਹੀਂ ਪੈਂਦੀ, ਉਹ ਸਿਰਫ ਲੈਕਚਰ ਅਟੈਂਡ ਕਰਦਾ, ਡਿਗਰੀ ਕਰ ਰਿਹਾ। ਇਸੇ ਤਰ੍ਹਾਂ ਗੁਰਮਤਿ ਦੇ ਅੰਦਰ ਹੈ, ਜਿਵੇਂ ਜਿਵੇਂ ਸਿੱਖ ਕਲਾਸ ਵੱਧਦੀ ਜਾਂਦੀ, ਉਹਦੀ ਗੁਰੂ ਦੀ ਦਿੱਤੀ ਹੋਈ ਪ੍ਰੀਖਿਆ ਵਿੱਚੋਂ ਅੱਗੇ ਲੰਘਦਾ, ਤਿਵੇਂ ਤਿਵੇਂ ਸਾਧ ਸੰਗਤ ਬਾਹਰੀ ਤੌਰ 'ਤੇ ਬਹੁਤ ਕੁਝ ਤੁਹਾਨੂੰ ਇਸ ਤਰ੍ਹਾਂ ਨਜ਼ਰ ਆਏਗਾ, ਉਹਦੇ ਕੋਲ ਬਹੁਤ ਕੁਝ ਘਟਦਾ ਜਾਏਗਾ, ਉਹਦਾ ਬਹੁਤ ਲੰਬਾ ਹੋ ਸਕਦਾ ਨਿਤਨੇਮ ਨਾ ਹੋਵੇ। ਤੁਸੀਂ ਵੇਖ ਕੇ ਹੈਰਾਨ ਹੋਵੋਗੇ ਕਿ ਇਹ ਤਾਂ ਬਹੁਤ ਵੱਡਾ ਪਾਠ ਵੀ ਨਹੀਂ ਕਰ ਰਿਹਾ, ਅਸੀਂ ਤਾਂ ਪਾਠ ਵੀ ਜ਼ਿਆਦਾ ਕਰੀਦਾ, ਅਸੀਂ ਤਾਂ ਬਾਹਰੀ ਤੌਰ 'ਤੇ ਪਾਠ ਵੀ ਜ਼ਿਆਦਾ ਕਰੀਦਾ, ਇਹਨਾਂ ਦਾ ਤਾਂ ਪੂਜਾ ਪਾਠ ਵੀ ਘੱਟ ਹੈ, ਇਹਦਾ ਤਾਂ ਨਿਤਨੇਮ ਵੀ ਘੱਟ ਹੈ। ਉਹ ਸਾਧ ਸੰਗਤ ਬਾਹਰੀ ਤੌਰ 'ਤੇ ਬਹੁਤ ਕੁਝ ਘਟ ਜਾਂਦਾ, ਅੰਤਰੀਵ ਤੌਰ 'ਤੇ ਕਲਾਸ ਇੰਨੀ ਉੱਚੀ ਹੋ ਜਾਂਦੀ ਹੈ, ਉਹ ਉਸ ਬਰੀਕ ਚੀਜ਼ 'ਚੋਂ ਲੰਘਣ ਲੱਗ ਪੈਂਦਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ, ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਭਾਏ, ਮਨ ਤੋਂ ਮੈਗਲ ਹੋਏ ਰਹਿਓ ਨਿਕਸੋ ਕਿਉਂ ਕਹਿ ਜਾਏ। ਉਹ ਸਰੋਂ ਦੇ ਵੀ 10ਵੇਂ ਹਿੱਸੇ ਜਿੰਨਾ ਬਰੀਕ ਹੋ ਜਾਂਦਾ, ਔਰ ਸਾਧ ਸੰਗਤ ਉੱਥੇ ਬਹੁਤ ਕੁਝ ਬਾਹਰੋਂ ਛੁੱਟ ਜਾਂਦਾ। ਅਸੀਂ ਬਾਹਰੀ ਤੌਰ 'ਤੇ ਕਈ ਬੰਦਿਆਂ ਨੂੰ ਸਨਮਾਨ ਸਤਿਕਾਰ ਵਿੱਚ ਹੀ ਰਹਿ ਜਾਈਦਾ,
ਸਾਧੂ ਜਿਹੜਾ ਉਹ ਇਸ ਚੀਜ਼ ਤੋਂ ਉੱਪਰ ਉੱਠ ਜਾਂਦਾ। ਜ਼ਰੂਰੀ ਨਹੀਂ ਉਹ ਸੈਂਕੜੇ ਬੰਦਿਆਂ ਦਾ ਅਦਬ ਸਤਿਕਾਰ ਕਰੇ, ਜ਼ਰੂਰੀ ਨਹੀਂ ਉਹ ਕਿਸੇ ਦੀ ਪਰਵਾਹ ਕਰਕੇ ਚੱਲੇ, ਉਹਨੂੰ ਕਿਸੇ ਦੀ ਪਰਵਾਹ ਨਹੀਂ ਰਹਿੰਦੀ, ਉਹ ਬੇਪਰਵਾਹ ਹੋਣ ਲੱਗ ਪੈਂਦਾ। ਦੁਨੀਆ ਰੁੱਸ ਜਾਏ ਤਾਂ ਵੀ ਕੋਈ ਪਰਵਾਹ ਨਹੀਂ, ਲੋਕ ਮੱਥਾ ਟੇਕਣ ਲੱਗ ਜਾਣ ਤਾਂ ਵੀ ਕੋਈ ਪਰਵਾਹ ਨਹੀਂ, ਉਹਦੇ ਉੱਤੇ ਇਸ ਗੱਲ ਦੀ ਕੋਈ ਅਸਰ ਨਹੀਂ ਹੁੰਦਾ ਕਿ ਹਜ਼ਾਰਾਂ ਲੋਕ ਉਸ ਨੂੰ ਨਮਸਕਾਰ ਕਰ ਰਹੇ ਨੇ, ਹਜ਼ਾਰਾਂ ਲੋਕ ਉਸ ਦੀ ਨਿੰਦਿਆ ਕਰ ਰਹੇ ਨੇ। ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ। ਇਹ ਬੜਾ ਬਰੀਕ ਰਸਤਾ ਹੈ। ਸਾਨੂੰ 10 20 50 ਬੰਦੇ ਵਡਿਆਈ ਦੇਣ ਅਸੀਂ ਖੁਸ਼ ਹੋਈਦਾ, 2 ਬੰਦੇ ਵਿੱਚੋਂ ਨਰਾਦਰੀ ਕਰ ਦੇਣ ਤਾਂ ਉਦਾਸ ਵੀ ਹੋ ਜਾਈਦਾ। 2 ਬੰਦੇ ਮਾਣ ਸਤਿਕਾਰ ਨਾ ਕਰਨ ਤਾਂ ਬੰਦੇ ਦੀ ਉਹ 100 ਬੰਦੇ ਦੀ ਵਡਿਆਈ ਜਿਹੜੀ ਹੈ ਉਦਾਸ ਹੋ ਜਾਂਦਾ ਬੰਦਾ। ਇਸ ਲਈ ਪਾਤਸ਼ਾਹ ਨੇ ਕਿਹਾ ਇਹ ਡਿਗਰੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਚਨ ਕਹੇ, ਜੋ ਨਰ ਹੈ ਤਾਂ ਉਹ ਸਰੀਰ ਧਾਰੀ, ਪਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਤਿੰਨ ਜਗ ਤਤ ਪਛਾਨਾ। ਉਹਨੂੰ ਫਿਰ ਸਾਹਿਬ ਨੇ ਕਿਹਾ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ, ਜਨ ਨਾਨਕ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਭਾਈ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਇਸ ਖੇਡ ਨੂੰ ਸਮਝ ਲੈਂਦਾ ਔਰ ਸਰੀਰ ਕਰਕੇ ਉਹ ਸੰਸਾਰ ਵਿੱਚ ਰਹਿੰਦਾ, ਸੁਰਤ ਕਰਕੇ ਕਿਸੇ ਹੋਰ ਮੰਡਲ ਵਿੱਚ ਰਹਿਣ ਲੱਗ ਪੈਂਦਾ, ਸੁਰਤ ਕਰਕੇ ਕਿਸੇ ਹੋਰ ਦੇਸ਼ ਦਾ ਵਾਸੀ ਹੋ ਜਾਂਦਾ। ਉਹਦੇ ਬਾਰੇ ਲੋਕਾਂ ਨੂੰ ਭੁਲੇਖਾ ਵੀ ਪੈ ਸਕਦਾ। ਕਈ ਵਾਰ ਤਾਂ ਕਿਸੇ ਗੁਰਮੁਖ ਦੀ ਹੋ ਸਕਦਾ ਸੇਵਾ ਅਤੇ ਬੰਦਗੀ ਦਾ ਪੜਦਾ ਉਹਦੇ ਸਰੀਰ ਜਾਣ ਤੋਂ ਬਾਅਦ ਲੋਕਾਂ ਨੂੰ ਪਤਾ ਲੱਗੇ, ਪਹਿਲਾਂ ਨਹੀਂ ਵੀ ਪਤਾ ਲੱਗਦਾ। ਕਿਉਂਕਿ ਸੰਤ ਦੀ ਇਹ ਨਿਸ਼ਾਨੀ ਹੈ, ਗੁਰਮੁਖ ਦੀ ਇਹ ਨਿਸ਼ਾਨੀ ਹੈ, ਗੁਰਸਿੱਖ ਦੀ ਇਹੀ ਨਿਸ਼ਾਨੀ ਹੈ। ਉਹ ਇੰਨਾ ਕੁ ਬਰੀਕ, ਇੰਨੀ ਨਿਰਮਾਣਤਾ ਵਿੱਚ ਆ ਜਾਂਦਾ, ਸਾਧ ਸੰਗਤ ਆਖਰੀ ਦਮ ਤੱਕ ਡਿਕਲੇਅਰ ਹੀ ਨਹੀਂ ਕਰਦਾ ਮੈਂ ਕਿਤੇ ਪਹੁੰਚ ਗਿਆ। ਲੋਕ ਸਮੇਂ ਤੋਂ ਪਹਿਲਾਂ ਡਿਕਲੇਅਰ ਕਰ ਦਿੰਦੇ ਨੇ ਮੈਂ ਕੁਝ ਬਣ ਗਿਆ। ਸਾਧੂ ਗੁਰਸਿੱਖ ਦੀ ਇਹ ਨਿਸ਼ਾਨੀ ਹੈ, ਉਹ ਸਮੇਂ ਤੋਂ ਪਹਿਲਾਂ ਕਦੇ ਡਿਕਲੇਅਰ ਨਹੀਂ ਕਰਦਾ। ਹੋ ਸਕਦਾ ਉਹਦੇ ਸਰੀਰ ਜਾਣ ਤੋਂ ਬਾਅਦ ਦੁਨੀਆ ਡਿਕਲੇਅਰ ਕਰੇ ਕਿ ਕੁਝ ਹੈ, ਨਹੀਂ ਤੇ ਉਹ ਇਸ ਭੁਲੇਖੇ ਵਿੱਚ ਸੰਸਾਰ ਨੂੰ ਵੀ ਰੱਖ ਲੈਂਦਾ। ਭਾਈ ਗੁਰਦਾਸ ਸਾਹਿਬ ਨੇ ਬਚਨ ਕਿਹਾ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਪੀੜੀ। ਮਹਾਰਾਜ ਕਿੰਨੀ ਕੁ ਬਰੀਕ ਹੈ। ਫਿਰ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਹੈ, ਉਹ ਕਹਿੰਦੇ ਨੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਮਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੋਏ, ਸਭਨਾ ਅੰਦਰ ਇੱਕੋ ਜਾਣੀ, ਤਪਦਾ ਪਰਉਪਕਾਰ ਨੂੰ, ਠੰਡੇ ਪਰਉਪਕਾਰ ਵਿਹਾਣੀ। ਜੇ ਉਹ ਕਿਤੇ ਤਪ ਜਾਏ, ਗੁੱਸੇ ਵਿੱਚ ਵੀ ਆਵੇ ਤਾਂ ਵੀ ਕਿਸੇ ਦੇ ਭਲੇ ਵਾਸਤੇ, ਤੇ ਜੇ ਸਾਧ ਸੰਗਤ ਬਹੁਤ ਨਿਮਰਤਾ ਵਿੱਚ ਆਵੇ ਤਾਂ ਵੀ ਕਿਸੇ ਦੇ ਭਲੇ ਵਾਸਤੇ। ਸਾਡਾ ਗੁੱਸਾ ਵੀ ਕਿਸੇ ਦੇ ਨੁਕਸਾਨ ਲਈ ਹੁੰਦਾ ਹੈ, ਸਾਡੀ ਨਿਮਰਤਾ ਵੀ ਆਪਣੇ ਸੁਆਰਥ ਲਈ ਹੁੰਦੀ ਹੈ, ਦੂਸਰੇ ਵਾਸਤੇ ਨਹੀਂ। ਜੇ ਬੰਦਾ ਨਿਭਦਾ, ਸਭ ਕੋ ਨਿਭੈ ਆਪ ਕੋ। ਸੰਸਾਰ ਦੇ ਲੋਕ ਬੜੀ ਨਿਮਰਤਾ ਵਿਖਾਉਂਦੇ ਨੇ ਆਪਣੇ ਵਾਸਤੇ, ਕ੍ਰੋਧ ਵਿਖਾਉਣਗੇ ਦੂਜੇ ਦਾ ਨੁਕਸਾਨ ਕਰਨ ਲਈ। ਗੁਰਸਿੱਖੀ ਦਾ ਮਾਰਗ ਹੈ ਤਪਦਾ ਪਰਉਪਕਾਰ ਨੂੰ। ਕਈ ਸਾਧੂ ਤੁਹਾਨੂੰ ਐਂ ਲੱਗਣਗੇ, ਮੈਂ ਵੀ ਸੰਗਤ ਕੀਤੀ ਹੈ, ਉਹ ਐਂ ਲੱਗਦਾ ਵੀ ਇਹ ਤਾਂ ਬਹੁਤ ਗੁੱਸੇ 'ਚ ਰਹਿੰਦੇ ਨੇ, ਪਰ ਸਾਧ ਸੰਗਤ ਅੰਦਰ ਕੁਝ ਹੋਰ ਹੈ। ਤਪਦਾ ਪਰਉਪਕਾਰ ਨੂੰ, ਠੰਡੇ ਪਰਉਪਕਾਰ ਬਿਹਾਣੀ, ਗੁਰਸਿੱਖੀ ਦੀ ਇਹ ਨਿਸ਼ਾਨੀ, ਇਹ ਨਿਸ਼ਾਨੀ ਹੈ ਗੁਰਸਿੱਖੀ। ਉਹ ਅਤਿਅੰਤ ਨਿਮਰਤਾ ਵਿੱਚ ਚਲਿਆ ਜਾਂਦਾ। ਉਹਦੇ ਬਾਰੇ ਦੁਨੀਆ ਸਮਝ ਹੀ ਨਹੀਂ ਪਾਉਂਦੀ। ਹੋ ਸਕਦਾ ਸੰਸਾਰ ਦੇ ਲੋਕਾਂ ਨੂੰ ਭੁਲੇਖਾ ਲੱਗ ਜਾਏ, ਲੋਕ ਉਹਨੂੰ ਪਾਗਲ ਵੀ ਕਹਿ ਸਕਦੇ ਨੇ। ਕੁਝ ਡਿਗਰੀਆਂ ਗੁਰਮਤ ਵਿੱਚ ਐਸੀਆਂ ਨੇ ਜਿੱਥੇ ਪਹੁੰਚਣ ਤੋਂ ਬਾਅਦ ਸੰਸਾਰ ਦੇ ਲੋਕਾਂ ਨੂੰ ਭੁਲੇਖਾ ਪੈਂਦਾ, ਲੋਕ ਪਾਗਲ ਕਹਿਣ ਲੱਗ ਪੈਂਦੇ। ਸੰਸਾਰ ਆਪਣੇ ਲਈ ਜੋੜਦਾ, ਉਹ ਜੋੜਨ ਤੋਂ ਕਿਤੇ ਹੋਰ ਪਾਸੇ ਚਲਿਆ ਜਾਂਦਾ। ਉਹਨੂੰ ਸੰਸਾਰ ਦੇ ਲੋਕ ਭੂਤਨਾ, ਵਿਤੱਲਾ, ਪਾਗਲ ਕਹਿ ਸਕਦੇ ਨੇ, ਕਿਸੇ ਨੂੰ ਭੁਲੇਖਾ ਪੈ ਸਕਦਾ ਹੈ। ਇੱਥੋਂ ਤੱਕ ਬਾਬਾ ਕਬੀਰ ਸਾਹਿਬ ਨੇ ਕਿਹਾ, ਜਦੋਂ ਮੈਂ ਇਹ ਘਾਟੀ ਚੜ੍ਹਨੀ ਸ਼ੁਰੂ ਕੀਤੀ, ਉਦੋਂ ਮੇਰੇ ਆਪਣੇ ਵੀ ਮੈਨੂੰ ਪਾਗਲ ਕਹਿਣ ਲੱਗ ਪਏ। ਉਦੋਂ ਮੇਰੇ ਆਪਣੇ ਵੀ ਕਹਿਣ ਲੱਗ ਪਏ, ਲੋਗ ਕਹੈ ਕਬੀਰ ਬਹੁ ਰਾਨਾ,
कबीर का मर्म राम पहचाना। ये मार्ग साध संगत बड़ा नवेकला मार्ग है। गुरसिੱਖੀ बारीक है खंडे धार गली अत पीड़ी। जिमें जिमें डिग्री ਵੱਧਦੀ है तिवें तिवें किताबां घटदियां जांदियां ने। उस्तत निंदा दो त्यागै खोजै पद निर्वाना। जन नानक के खेल कठिन है किन्हूं गुरमुख जाना। तुसीं सारे लोग तकरीबन जहाज़ां में सफ़र करते हो। जदों कोई जहाज़ विच बहिंदा तो जदों जहाज़ धरती तो टेक ऑफ करता ना, उड़दा आकाश वल, उदों पायलट बोल दिंदा भी सब आपो अपनियां सीटां ते बैठ जाओ, सीट बेल्ट ला लो। इत्थों तक जिहड़ा विच क्रूज स्टाफ काम कर रहा है, एयर होस्टर ने, वो भी बह जाते हैं अपनी सीट ते। किसी नूं उठण दा अधिकार नहीं। कोई बंदा उठ नहीं सकता, वाशरूम यूज़ नहीं कर सकता। और थोड़े मिनटां बाद की हुंदा है, जदों जहाज़ धरती तो सैकड़े फीट आकाश में उच्चा चलिया जाता है, उही पायलट बटन दब के कहंदा हुण तुसीं उठ बैठ सकते हो। फिर वो क्रूज भी घूमण लग पैंदे ने। एयर होस्टर तुहानूं खाना भी देणगे, तुसीं उठ बैठ सकते हो। क्यों? हुण जहाज़ धरती की गुरुत्वाकर्षण तो उपर चला गया। जो धरती ते हो रहा है वो जहाज़ उत्ते असर नहीं होएगा। वो गुरुत्वाकर्षण तो उपर उठ गया है। हुण जो धरती ते वरत रहा है वो जहाज़ उत्ते असर होने वाला नहीं, पर जहाज़ मंजिल ते तां पहुँचदा है क्योंकि उसका संपर्क धरती नाल रहिंदा है। उड़दा आकाश विच है। कई बार तो मींह धरती ते पेगा, जहाज़ उत्ते नहीं पेगा, क्योंकि वो किसी होर मंडल विच उड़न लग पे। धरती उत्ते धुप, मींह, बारिश, हवा हो सकती है। जहाज़ जिहड़ा है वो जो धरती ते वरत रहा है वह जहाज़ उत्ते असर नहीं हो रहा, क्योंकि वो धरती के गुरुत्वाकर्षण मंडल चों किसी होर मंडल में चल रहा है। पर मंजिल ते तां सीधा जांदा है क्योंकि वह संपर्क धरती नाल रहिंदा है। इन बिन इस तरह जपण वालियां दी अवस्था बन जाती है। शरीर का संपर्क संसार नाल रहिंदा है, सुरती का संपर्क मंजिल नाल हो जाता है। जो संसार विच वरत रहा है उन्हां उत्ते असर नहीं होएगा, उन्हां दा शरीर इत्थे रहिंदा है। उस्तत निंदा लाभ हाण दा बिल्कुल असर होना बंद हो जाता। उस्तत निंदा दो त्यागै खोजै पद निर्वाना। जन नानक के खेल कठिन है किन्हूं गुरमुख जाना। कोई विरला गुरमुख है जिहड़ा इस चीज़ नूं फिर समझदा है। और जदों गुरु की नज़र का पात्र कोई बन जाए उदों साध संगत तो रज जाता है। बाहरी तौर पर कोई ना पदार्थ नाल रजे है, ना कोई रज सकता है। जे कोई बाहरों रजन नाल माया की गल होवे फिर तो अरबां खरबां पति लोग रज जाने चाहिए ने। पर हजूर ने कहा सहस खटे लख को उठ धावै। तृप्त न आवे माया पाछै पावै। जदों गल रजन की कही उदों हजूर ने कहा कौन रजदा है? जे गुण कै गुणी समाए। पर उपकार करन वाले विच ओहदी सुरत समान लग जाए, उन्होंने 24 घंटे उठद्या बहिंद्या किरत कर्म करद्या सुरत विच याद रहन लग जाए, ये भी उहदे हुक्म विच है, आ भी उहदे हुक्म विच है, आ भी उहदे हुक्म विच है, वो तपना बंद कर देंदे। असीं जूं हुण अज अमृतसर तो चले, पहला किड्डा वड्डा जाम फगवाड़े रहा, फिर फ्लोर रहा, फिर लुधियाणों निकले, तो उन्हें संसारी है ना शरीर। ये संसार के बंधन में रुकावटों में ट्रैफिक में तप सकता है। मैं अपने ते अभ्यास किया, मैनू कई बार इस रस्ते में आउंदियां हो सकता गुस्सा भी आया, गलत हो रहा है, एडा जाम नहीं सी लाना चाहिए, लोगों को इस तरह धरने नहीं देने चाहिए, पब्लिक वास्ते यह गलत है काम। पर साध संगत जिहड़ी साधु की विरती है ना, वो कुछ अलग है। गुरसिख की विरती जिहड़ी उस क्लास विच है, असीं उस क्लास के अजे विद्यार्थी नहीं। जिदन तुसीं कोई तुहाडे च शायद कोई ऐसी रूह होवे, जदों उस क्लास का वो विद्यार्थी स्टूडेंट बन जाता है, उन्होंने संसार ते वरतन वालियां घटनावां ते क्रोध आउणा बंद आ जाता है। क्यों? वो उस शरीर तो अगे वेखण सत नूं वेखण लग पैंदा। वो संसार के शरीरों तो सत नूं वेखना शुरू कर दिंदा है। हर कर्म विचों कहंदा है हुक्म है अंदर सब को बाहर हुक्म ना कोए, हुक्म है अंदर सब को बाहर हुक्म ना कोए। ये बहुत वड्डी डिग्री है।
और फिर साध संगत ਉਹਦੇ ਜੀਵਨ ਦੇ ਅੰਦਰ ਸਚਿਆਰਤਾ ਆ ਜਾਂਦੀ ਹੈ। ਇੱਕ ਕਥਾ ਮੈਂ ਕਈ ਵਾਰ ਦਰਬਾਰ ਸਾਹਿਬ ਤੋਂ ਕਹੀ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਦਾ ਇੱਕ ਮਸੰਦ ਸਿੱਖ ਹੈ, ਦਸਵੰਧ ਇਕੱਠਾ ਕਰਦਾ ਸੀ। ਉਹਨੇ ਦਸਵੰਧ ਇਕੱਠਾ ਕਰਕੇ ਗੁਰੂ ਕੋਲ ਪਹੁੰਚਾਉਣਾ ਉਹਦੀ ਸੇਵਾ ਸੀ। ਅੱਜ ਜਦੋਂ ਦਸਵੰਧ ਲੈ ਕੇ ਲਾਹੌਰ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਤੁਰਿਆ, ਰਸਤੇ ਵਿੱਚ ਲੁੱਟਣ ਵਾਲਿਆਂ ਨੇ ਇੱਕ ਡਕੈਤ ਬੰਦਾ, ਉਹਨੇ ਹੱਥ ਵਿੱਚ ਦਾਤਰ ਪਕੜਿਆ ਹੋਇਆ, ਰੋਕ ਲਿਆ। ਰੋਕ ਕੇ ਉਹਨੂੰ ਤਿੱਖਾ ਦਾਤਰ ਵਿਖਾ ਕੇ ਕਹਿੰਦਾ, ਜੋ ਕੁਝ ਹੈ ਕੱਢ ਕੇ ਇੱਥੇ ਰੱਖ ਦੇ। ਉਹਦੀ ਜੇਬ ਵਿੱਚ 2-4 ਦਮੜੇ ਸਨ, ਉਹਨੇ ਰੱਖ ਦਿੱਤੇ। ਹੁਣ ਜਿਹੜੀ ਹੱਥ ਵਿੱਚ ਉਹ ਪੈਸਿਆਂ ਦੀ ਥੈਲੀ ਪਕੜੀ ਹੈ ਦਸਵੰਧ ਵਾਲੀ, ਉਹ ਨਹੀਂ ਰੱਖ ਰਿਹਾ। ਤਾਂ ਉਹ ਜਿਹੜਾ ਡਕੈਤ ਬੰਦਾ ਹੈ, ਉਹ ਲੱਖੂ ਧਾੜਵੀਆ ਬੋਲਿਆ, ਆ ਹੱਥ ਵਿੱਚ ਕੀ ਹੈ? ਉਹਨੇ ਕਿਹਾ ਗੁਰੂ ਦਾ ਦਸਵੰਧ ਹੈ। ਇਹ ਸਿੱਖਾਂ ਦੀ 10 ਨੋਹਾਂ ਦੀ ਕਿਰਤ ਹੈ। ਮੈਂ ਗੁਰੂ ਦਾ ਮਸੰਦ ਹਾਂ। ਜੋ ਸੰਗਤ ਨੇ ਮਾਇਆ ਦਿੱਤੀ ਹੈ, ਇਹ ਗੁਰੂ ਦੇ ਦਰ ਤੇ ਪਹੁੰਚਾਉਣ ਚੱਲਣਾ। ਉਹਨੇ ਕਿਹਾ ਇਹਦਾ ਮਤਲਬ ਇਹਦੇ ਵਿੱਚ ਪੈਸੇ ਨੇ? ਕਹਿਣ ਲੱਗੇ ਹਾਂ ਇਹਦੇ ਵਿੱਚ ਪੈਸੇ ਨੇ। ਉਹਨੇ ਕਿਹਾ ਇੱਥੇ ਸਭ ਕੁਝ ਰੱਖ ਦੇ। ਉਹਨੇ ਕਿਹਾ ਨਹੀਂ, ਇਹ ਨਹੀਂ ਮੈਂ ਰੱਖ ਸਕਦਾ। ਜੋ ਮੇਰਾ ਸੀ ਨਾ, ਮੈਂ 2-4 ਦਮੜੇ ਜੋ ਸੀ ਜੇਬ ਵਿੱਚ ਰੱਖ ਦਿੱਤੇ ਨੇ। ਆਹ ਪੈਸੇ ਮੇਰੇ ਨਹੀਂ ਹੈ, ਇਹ ਗੁਰੂ ਦਾ ਦਸਵੰਧ ਹੈ, ਇਹ ਮੈਂ ਤੈਨੂੰ ਦੇ ਨਹੀਂ ਸਕਦਾ। ਤਾਂ ਲੱਖੂ ਧਾੜਵੀਆ ਕਹਿੰਦਾ, ਤੈਨੂੰ ਡਰ ਨਹੀਂ ਲੱਗਦਾ? ਮੈਂ ਤੇਰਾ ਗਲਾ ਵੱਢ ਦਾਂਗਾ। ਮੈਂ ਸੈਂਕੜੇ ਬੰਦੇ ਵੱਢ ਦਿੱਤੇ ਨੇ ਅੱਜ ਤੱਕ, ਜਿਹੜਾ ਮੈਨੂੰ ਮੇਰੇ ਕਹੇ ਅਨੁਸਾਰ ਧਨ ਦੌਲਤ ਕੱਢ ਕੇ ਨਾ ਰੱਖੇ, ਮੈਂ ਮਾਰ ਦਿੰਦਾ। ਲੋਕ ਮੇਰੇ ਨਾਮ ਤੋਂ ਡਰਦੇ ਨੇ। ਉਹ ਮਸੰਦ ਸਿੱਖ ਨੇ ਕਿਹਾ, ਡਰਦੇ ਹੋਣਗੇ ਭਾਈ, ਜਿਹੜੇ ਮਰਨ ਤੋਂ ਡਰਦੇ ਹੋ ਤੇ ਤੋਂ ਵੀ ਡਰਦੇ ਹੋਣਗੇ। ਨਾ ਮੈਂ ਮਰਨ ਤੋਂ ਡਰਦਾ, ਨਾ ਮੈਂ ਤੇ ਤੋਂ ਡਰਦਾ। ਹਾਂ, ਤੈਨੂੰ ਪੈਸਿਆਂ ਦੀ ਲੋੜ ਹੋਣੀ ਹੈ, ਮੈਂ ਆਪਣੇ ਪੈਸੇ ਰੱਖ ਦਿੱਤੇ ਨੇ, ਇਹ ਗੁਰੂ ਦਾ ਦਸਵੰਧ ਹੈ, ਇਹ ਮੈਂ ਤੈਨੂੰ ਦੇ ਨਹੀਂ ਸਕਦਾ। ਮੇਰਾ ਸਿਰ ਵੱਢਣਾ, ਗਲ ਵੱਢਣਾ, ਵੱਢਣ ਤੋਂ ਬਾਅਦ ਲੈ ਜਾਈਂ, ਉਹ ਵੱਖਰੀ ਗੱਲ। ਉਹ ਡਾਕੂ ਧਾੜਵੀਆ ਬੜਾ ਹੈਰਾਨ ਹੋਇਆ ਵੀ ਇਸ ਤਰ੍ਹਾਂ ਦਾ ਬੰਦਾ ਪਹਿਲੀ ਵਾਰ ਵੇਖਿਆ। ਬੋਲ ਵੀ ਸੱਚ ਰਿਹਾ ਕਿ ਮੇਰੇ ਕੋਲ ਪੈਸੇ ਨੇ, ਦੇ ਵੀ ਨਹੀਂ ਰਿਹਾ ਕਿ ਗੁਰੂ ਦਾ ਦਸਵੰਧ ਹੈ। ਹਾਂ, ਆਪਣੇ ਉਹਨੇ ਦੇ ਦਿੱਤੇ ਨੇ, ਸੰਗਤ ਦਾ ਦਸਵੰਧ ਨਹੀਂ ਦੇ ਰਿਹਾ, ਔਰ ਫਿਰ ਮਰਨ ਤੋਂ ਵੀ ਨਹੀਂ ਡਰ ਰਿਹਾ। ਧਾੜਵੀਆ ਬੜੇ ਗੁੱਸੇ 'ਚ ਬੋਲਿਆ, ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ, ਲੋਕ ਮੈਨੂੰ ਲੱਖੂ ਧਾੜਵੀਆ ਕਹਿੰਦੇ ਨੇ। ਜੇ ਤੇ ਤੂੰ ਸੱਚ ਬੋਲ ਰਿਹਾ ਫਿਰ ਤੇ ਤੈਨੂੰ ਛੱਡ ਦਾਂਗਾ, ਜੇ ਤੂੰ ਝੂਠ ਬੋਲ ਰਿਹਾ ਮੈਂ ਤੈਨੂੰ ਤੇਰੇ ਗੁਰੂ ਦੇ ਕੋਲ ਲਿਜਾ ਕੇ ਵੀ ਵੜ ਦਾਂਗਾ। ਦੱਸ ਤੇਰਾ ਗੁਰੂ ਕਿੱਥੇ ਰਹਿੰਦਾ ਹੈ? ਉਹਨੇ ਕਿਹਾ ਸ਼੍ਰੀ ਅੰਮ੍ਰਿਤਸਰ ਸਾਹਿਬ। ਧਾੜਵੀਆ ਨਾਲ ਚੱਲ ਪਿਆ। ਉਹਨੇ ਕਿਹਾ ਇਨਸਾਨ ਇੱਦਾਂ ਦਾ ਪਹਿਲੀ ਵਾਰ ਮਿਲਿਆ, ਵੇਖਣਾ ਚਾਹੀਦਾ। ਹੁਣ ਉਹ ਡਕੈਤ ਵੀ ਨਾਲ ਤੁਰ ਪਿਆ, ਉਹ ਲੱਖੂ ਧਾੜਵੀਆ ਡਾਕੂ ਨਾਲ ਤੁਰ ਪਿਆ। ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ, ਜਿੱਥੇ ਬਾਬਾ ਬੁੱਢਾ ਸਾਹਿਬ ਦੀ ਬੇਰ ਹੈ। ਸਰੋਵਰ ਦੇ ਕੰਢੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੇਵਾ ਕਰਵਾ ਰਹੇ ਨੇ। ਆ ਕੇ ਉਹ ਸਿੱਖ ਨੇ ਦਸਵੰਧ ਦੀ ਮਾਇਆ ਰੱਖ ਕੇ ਮੱਥਾ ਟੇਕਿਆ, ਤੇ ਸਤਿਗੁਰਾਂ ਨਾਲ ਆਏ ਬੰਦੇ ਵੱਲ ਵੇਖ ਕੇ ਕਿਹਾ, ਭਾਈ ਫੇਰੂ ਇਹ ਕੌਣ ਹੈ ਬਈ? ਇਹ ਕੌਣ ਹੈ ਜਿਹਨੂੰ ਨਾਲ ਲਿਆਂਦਾ? ਤੇ ਉਹ ਸਿੱਖ ਨੇ ਕਿਹਾ, ਮਹਾਰਾਜ ਮੈਨੂੰ ਨਹੀਂ ਪਤਾ ਕੌਣ ਹੈ, ਮੇਰਾ ਕੰਮ ਸਿਰਫ ਤੁਹਾਡੇ ਤੱਕ ਲਿਆਉਣਾ ਸੀ, ਅੱਗੇ ਤੁਸੀਂ ਜਾਣੋ ਇਹ ਕੌਣ ਹੈ। ਮੈਨੂੰ ਇਸ ਗੱਲ ਦਾ ਕੋਈ ਅਲੋ ਨਹੀਂ, ਮੇਰਾ ਕੰਮ ਤੁਹਾਡੇ ਤੱਕ ਲਿਆਉਣਾ ਸੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹੁਣ ਉਸ ਡਾਕੂ ਵੱਲ ਵੇਖਿਆ, ਉਹਨੂੰ ਲੱਖੂ ਧਾੜਵੀਆ ਕਹਿੰਦੇ ਨੇ। ਪਾਤਸ਼ਾਹ ਨੇ ਉਹਨੂੰ ਬੜੇ ਪਿਆਰ ਨਾਲ ਪੁੱਛਿਆ, ਭਾਈ ਕੀ ਕੰਮ ਕਰਦਾ? ਉਹਨੇ ਕਿਹਾ, ਜੀ ਕੰਮ ਕੀ ਕਰਨਾ, ਲੋਕਾਂ ਨੂੰ ਲੁੱਟੀਦਾ, ਜੇ ਕੋਈ ਪੈਸਾ ਨਾ ਦੇਵੇ ਮੈਂ ਬੰਦਾ ਵੱਢ ਦਿੰਦਾ। ਮੇਰਾ ਨਾਮ ਹੈ ਲੱਖੂ ਧਾੜਵੀਆ, ਲੋਕ ਮੇਰੇ ਨਾਮ ਤੋਂ ਲਾਹੌਰ ਤੱਕ ਡਰਦੇ ਨੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ, ਅੱਛਾ ਭਾਈ ਕੋਈ ਚੰਗਾ ਕੰਮ ਵੀ ਕੀਤਾ ਜ਼ਿੰਦਗੀ 'ਚ? ਕਈ ਕੰਮ ਕੀਤੇ ਨੇ? ਕੋਈ ਚੰਗਾ ਕੰਮ ਵੀ ਕੀਤਾ ਜ਼ਿੰਦਗੀ ਵਿੱਚ ਕਿ ਇਹੀਓ ਕੰਮ ਕੀਤੇ ਨੇ? ਉਹ ਲੱਖੂ ਧਾੜਵੀਆ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨਾਲ ਹੁਣ ਸਿੱਧਾ ਵਾਰਤਾਲਾਪ ਕਰ ਰਿਹਾ ਹੈ, ਔਰ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਚੰਗਾ ਨਹੀਂ ਕੋਈ ਕੰਮ ਕੀਤਾ, ਜਦੋਂ ਤੋਂ ਸੁਰਤ ਸੰਭਾਲੀ ਹੈ ਇਹੀਓ ਕੰਮ ਮੇਰੇ ਬਾਪ ਨੇ ਮੈਨੂੰ ਸਿਖਾ ਦਿੱਤਾ ਹੈ, ਮੈਂ ਉਹੀ ਕੰਮ ਕਰ ਰਿਹਾ। ਲੋਕਾਂ ਨੂੰ ਲੁੱਟਿਆ ਕੁੱਟਿਆ ਮਾਰਿਆ, ਮਹਾਰਾਜ ਜੋ ਕੁਝ ਹੱਥ ਆਇਆ ਮੈਂ ਲੁੱਟ ਲੈਂਦਾ, ਇਹੀਓ ਕੰਮ ਹੈ, ਚੰਗਾ ਕੰਮ ਕਦੇ ਕੀਤਾ ਨਹੀਂ ਕੋਈ। ਗੁਰੂ ਅਰਜਨ ਦੇਵ ਮਹਾਰਾਜ ਉਹਦੇ ਚਿਹਰੇ ਵੱਲ ਵੇਖ ਕੇ ਮੁਸਕਰਾ ਰਹੇ ਨੇ। ਕਮ ਸੇ ਕਮ ਬੰਦਾ 100% ਸੱਚ ਤੇ ਬੋਲ ਰਿਹਾ ਨਾ। ਮਾਫ ਕਰਿਓ, ਅਸੀਂ
ਚੰਗਾ ਨਾ ਵੀ ਕੀਤਾ ਹੋਵੇ ਤਾਂ ਵੀ ਚੰਗਾ ਕਰਨ ਦਾ ਕੁਝ ਨਾ ਕੁਝ ਤਾਂ ਸੰਸਾਰ ਵਿੱਚ ਰੱਖੀਦਾ ਨਾ, ਵੀ ਮੈਂ ਆਹ ਕੀਤਾ ਹੈ। ਉਸ ਬੰਦੇ ਨੇ ਬਿਲਕੁਲ ਸੱਚ ਬੋਲਿਆ, ਬੇਪਰਵਾਹ ਹੋ ਕੇ ਕਿਹਾ ਚੰਗਾ ਨਹੀਂ ਕੋਈ ਕੀਤਾ ਕੰਮ ਮੈਂ ਅੱਜ ਤੱਕ। ਪਾਤਸ਼ਾਹ ਨੇ ਕਿਹਾ ਮਾੜੇ ਕਿੰਨੇ ਕੁ ਕੀਤੇ ਨੇ? ਤੇ ਉਹ ਥੋੜਾ ਸੋਚ ਕੇ ਬੋਲਿਆ, ਕਹਿੰਦਾ ਮਹਾਰਾਜ ਮਾੜੇ ਕਿੰਨੇ ਕੀਤੇ ਨੇ ਗਿਣਤੀ ਨਹੀਂ ਹੈ, ਕੋਈ ਗਿਣਤੀ ਨਹੀਂ ਹੈ ਕੋਈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਚਿਹਰੇ ਵੱਲ ਵੇਖ ਕੇ ਹੋਰ ਹੱਸ ਪਏ। ਫਿਰ ਪਾਤਸ਼ਾਹ ਨੇ ਖੱਬੇ ਹੱਥ ਨਾਲ ਉਹਦਾ ਸੱਜੀ ਬਾਂਹ ਪਕੜ ਲਈ ਔਰ ਬਾਂਹ ਪਕੜ ਕੇ ਕਹਿੰਦੇ ਨੇ, ਆਹ ਲੱਖੂ ਧਾੜਵੀਆ ਤੈਨੂੰ ਸਚਿਆਰ ਕਰ ਦਈਏ, ਇਹ ਜਨਮ ਚੋਰੀਆਂ ਕਰਨ ਵਾਸਤੇ ਨਹੀਂ ਮਿਲਿਆ। ਚੋਰ ਦੀ ਹੰਮਾ ਤਾਂ ਦਰਗਾਹ ਵਿੱਚ ਕੋਈ ਨਹੀਂ ਭਰਦਾ, ਇੱਥੇ ਸੰਸਾਰ ਵਿੱਚ ਕੋਈ ਜਾਮਣੀ ਨਹੀਂ ਲੈਂਦਾ, ਦਰਗਾਹ ਵਿੱਚ ਕੌਣ ਦੇਏਗਾ। ਸੱਚੇ ਪਾਤਸ਼ਾਹ ਨੇ ਬਾਂਹ ਪਕੜਨ ਦੀ ਦੇਰ ਸੀ, ਬਸ ਇੱਕੋ ਹੀ ਦ੍ਰਿਸ਼ਟੀ ਪਾਈ ਉਹਦੇ ਵੱਲ। ਨਜ਼ਰ ਮਿਲਦਿਆਂ ਸਾਰ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਹ ਸੁੱਖ ਬਖਸ਼ ਦਿੱਤਾ ਜਿਹਦੇ ਬਾਰੇ ਗੁਰੂ ਨੇ ਸ਼ਰਤ ਰੱਖੀ ਹੈ ਕਿ ਦਿਲ ਦੀ ਗੁੱਝੀ ਗੱਲ ਗੁਰੂ ਨੂੰ ਕਹਿ ਕੇ ਵੇਖੀ, ਗੁਰੂ ਤੈਨੂੰ ਸਚਿਆਰ ਬਣਾਉਣ ਦੀ ਤਾਕਤ ਰੱਖਦਾ। ਤੂੰ ਦਿਲੋਂ ਸਾਫ਼ ਹੋ ਕੇ ਕਹੀਂ। ਉਹਨੇ ਸੱਚੇ ਦਿਲੋਂ ਸਾਫ਼ ਹੋ ਕੇ ਬਿਲਕੁਲ ਸਾਫ਼ ਗੱਲ ਕਹੀ ਔਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਾਂਹ ਪਕੜ ਲਈ। ਪਾਤਸ਼ਾਹ ਹੱਥ ਪਕੜ ਕੇ ਕਹਿੰਦੇ ਨੇ, ਤੂੰ ਦਿਲ ਦੀ ਗੁੱਝੀ ਗੱਲ ਸਾਫ਼ ਕਹਿ ਦਿੱਤੀ ਹੈ, ਜਾਂ ਹੁਣ ਤੇਰੇ ਅੰਦਰ ਦੇ ਸਾਰੇ ਕਪਟ ਧੋਤੇ ਗਏ। ਪਾਤਸ਼ਾਹ ਨੇ ਉਹਨੂੰ ਐਸਾ ਸੰਤ ਬਣਾਇਆ, ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਬਸ ਗੁਰੂ ਇਸੇ ਗੱਲ ਦੀ ਉਡੀਕ ਕਰਦਾ, ਦਿਲ ਦੀ ਗੁੱਝੀ ਗੱਲ ਗੁਰੂ ਨੂੰ ਸੱਚਮੁੱਚ ਕਹਿਣ ਲੱਗ ਜਾਓ, ਕਿਉਂਕਿ ਇਹੀ ਸਚਿਆਰ ਹੋਣ ਦਾ ਇੱਕ ਤਰੀਕਾ ਹੈ। ਸਾਧ ਸੰਗਤ, ਬੰਦਾ ਅੱਜ ਬਹੁਤ ਕੁਝ ਹੁੰਦੇ ਆ ਦੁਖੀ, ਪਤਾ ਕਿਉਂ ਹੈ? ਕਿਉਂਕਿ ਬੜਾ ਕੁਝ ਛੁਪਾਈ ਬੈਠਾ ਹੈ, ਬਹੁਤ ਕੁਝ ਛੁਪਾਈ ਬੈਠਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ, ਦਿਲ ਦੀ ਪਹਿਰੇਦਾਰੀ ਕਰਿਆ ਕਰ। ਦਿਲ ਵਿੱਚ ਐਸਾ ਕੁਝ ਨਾ ਆ ਜਾਏ ਜਿਹੜਾ ਤੈਨੂੰ ਗੁਰੂ ਤੋਂ ਦੂਰ ਕਰਦਾ ਹੈ। ਆਪਾਂ ਸੰਸਾਰੀ ਤੌਰ 'ਤੇ ਵੀ ਇਹਦੀ ਗੱਲ ਕਰਦੇ ਰਹਿੰਦੇ ਜੀ, ਬੰਦਾ ਦਿਲ ਦਾ ਬਹੁਤ ਚੰਗਾ ਹੈ, ਦਿਲ ਦਾ ਬਹੁਤ ਮਾੜਾ ਹੈ, ਦਿਲ ਦਾ ਬਹੁਤ ਬੇਈਮਾਨ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ, ਉਦੋਂ ਵੀ ਸਿੱਧਾ ਕਿਹਾ, ਦਿਲੋਂ ਮੁਹੱਬਤ ਜਿਨ ਸਈ ਸੱਚਿਆਂ, ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚਿਆਂ। ਕਬੀਰ ਮੁੱਲਾ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲੇ ਮੁਕਾਮਾ, ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਉਹ ਬੰਦਿਆ ਦਿਲ ਦੀ ਪਹਿਰੇਦਾਰੀ ਕਰ, ਕਿਤੇ ਦਿਲ ਦੇ ਅੰਦਰ ਕੋਈ ਖੋਟ ਨਾ ਆ ਜਾਏ। ਗੁਰਸਿੱਖੀ ਬਾਰੀਕ ਕਿਉਂ ਹੈ? ਲੋਕ ਦੂਜਿਆਂ ਦੀ ਪਹਿਰੇਦਾਰੀ ਕਰਦੇ ਨੇ, ਕੌਣ ਕੀ ਕਰ ਰਿਹਾ ਹੈ। ਗੁਰਮੁਖ ਆਪਣੀ ਪਹਿਰੇਦਾਰੀ ਕਰਦਾ, ਮੈਂ ਕੀ ਕਰ ਰਿਹਾ, ਉਹ ਕਿਸੇ ਵੱਲ ਨਹੀਂ ਵੇਖਦਾ। ਉਹ ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਆਪਣੇ ਵੱਲ ਵੇਖਦਾ, ਮੈਂ ਕੀ ਕਰ ਰਿਹਾ, ਆਪਣੇ ਕਰਮਾਂ ਨੂੰ ਵੇਖਦਾ। ਜਿੱਦਣ ਕੋਈ ਆਪਣੇ ਦਿਲ ਦੀ ਦਰਵਾਨੀ ਪਹਿਰੇਦਾਰੀ ਕਰਨ ਲੱਗ ਜਾਏ, ਉਹ ਯਾਦ ਰੱਖੇ ਮੇਰੇ ਦਿਲ 'ਚ ਕਿਤੇ ਬੇਈਮਾਨੀ ਤੇ ਨਹੀਂ, ਮੈਂ ਕਿਸੇ ਨਾਲ ਧੋਖਾ ਤੇ ਨਹੀਂ ਕਰ ਰਿਹਾ, ਮੈਂ ਕਿਸੇ ਨਾਲ ਕੋਈ ਗਲਤ ਬੇਈਮਾਨੀ ਧੋਖਾ ਚੋਰੀ ਤੇ ਨਹੀਂ ਕਰ ਰਿਹਾ। ਜਦੋਂ ਦਿਲ ਦੀ ਦਰਵਾਨੀ ਹੋਣ ਲੱਗ ਜਾਏ, ਸਾਹਿਬ ਕਹਿੰਦੇ ਨੇ ਉਹਦਾ ਲੇਖਾ ਸਿੱਧਾ ਰੱਬ ਨਾਲ ਜੁੜ ਜਾਂਦਾ ਹੈ। ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਤੂੰ ਆਪਣੇ ਦਿਲ ਦੀ ਪਹਿਰੇਦਾਰੀ ਕਰ, ਕਿਤੇ ਦਿਲ ਬੇਈਮਾਨ ਨਾ ਹੋ ਜਾਏ। ਜਦੋਂ ਕੋਈ ਦਿਲ ਦੇ ਨੇੜੇ, ਕਿਉਂ ਦਿਲ ਦੀ ਪਹਿਰੇਦਾਰੀ ਹੋਈ? ਹੁਣ ਰੱਬ ਕਿੱਥੇ ਰਹਿੰਦਾ? ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਇਹੀ ਠੌਰ ਮੁਕਾਮਾ। ਫਿਰ ਇੰਨੀ ਨੇੜਤਾ ਹੋ ਜਾਂਦੀ ਹੈ ਗੁਰਮੁਖ ਦੀ ਰੱਬ ਨਾਲ, ਜਿਹਨੂੰ ਸਾਹਿਬ ਨੇ ਕਿਹਾ ਉਹ ਰੱਬ ਨਾਲ ਗੁਫ਼ਤਗੂ ਕਰਨ ਲੱਗ ਪੈਂਦਾ। ਗੁਫ਼ਤਗੂ ਸਮਝਦੇ ਹੋ? ਦੋ ਬੰਦਿਆਂ ਦੀ ਆਪਸ ਵਿੱਚ ਗੱਲ ਹੋ ਰਹੀ ਹੈ, ਤੀਜੇ ਨੂੰ ਸੁਣਾਈ ਨਹੀਂ ਦੇ ਰਿਹਾ ਕੀ ਕਹਿ ਰਿਹਾ। ਦੋ ਬੰਦੇ ਜਦੋਂ ਇੱਕ ਦੂਜੇ ਦੇ ਕੰਨ ਦੇ ਕੋਲ ਜਾ ਕੇ ਗੱਲ ਕਰਨ, ਤੀਜੇ ਨੂੰ ਪਤਾ ਹੀ ਨਾ ਲੱਗੇ, ਉਹਨੂੰ ਗੁਫ਼ਤਗੂ ਕਹਿੰਦੇ ਨੇ। ਜਿੱਦਣ ਕੋਈ ਦਿਲ ਦੀ ਦਰਵਾਨੀ ਕਰਦਾ, ਦਿਲ ਕਰਕੇ ਆਪਣੇ ਦਿਲ ਦੀ ਪਹਿਰੇਦਾਰੀ ਕਰਨ ਲੱਗ ਪੈਂਦਾ, ਕਿਉਂਕਿ ਦਿਲ ਵਿੱਚ ਹੀ ਉਹ ਰਹਿੰਦਾ। ਦਿਲ ਮੈਂ ਖੋਜ ਦਿਲੇ ਦਿਲ ਖੋਜੋ, ਫਿਰ ਉਹ ਦਿਲ ਕਰਕੇ ਇੰਨਾ ਸਚਿਆਰ ਹੋ ਜਾਂਦਾ, ਉਹਨੂੰ ਪਾਤਸ਼ਾਹ ਨੇ ਕਿਹਾ ਹੁਣ ਰੱਬ ਦੇ ਨੇੜੇ ਗੁਫ਼ਤਗੂ ਹੋ ਗਈ।
किन्नी नेड़ता होई। यकहरज गुफ्तम पेश कोदर गोस कुन करतार, हक्का कबीर करीम तू बेऐब परवदगार। ਉਹਦੀ ਫਿਰ ਇੰਨੀ ਨੇੜੇ ਹੋ ਗਈ, ਉਹ ਬੇਐਬ ਪਰਵਦਗਾਰ ਨਾਲ ਗੁਫ਼ਤਗੂ ਚੱਲ ਪਈ। ਕੋਈ ਗੱਲ ਹੋਵੇ ਉਹ ਬਹੁਤ ਨੇੜੇ ਸਮਝ ਕੇ ਰੱਬ ਨੂੰ ਕਹਿੰਦਾ ਜੀ ਇੱਦਾਂ ਕਰਨਾ। ਹਰ ਕਰਮ ਹੁਕਮਨਾਮਾ ਲੈ ਕੇ ਤੁਰਦਾ ਔਰ ਰੱਬ ਨੂੰ ਨੇੜੇ ਤੋਂ ਕਹਿਣ ਲੱਗ ਪੈਂਦਾ। ਕੋਈ ਗੱਲ ਹੋਵੇ ਉਹ ਸਿੱਧੀ ਕਹਿ ਦਿੰਦਾ। ਉਹਦੀ ਇੰਨੀ ਨੇੜਤਾ ਹੋ ਗਈ। ਔਰ ਸਾਧ ਸੰਗਤ ਰੱਬ ਫਿਰ ਕਦੇ ਮੋੜਦਾ ਹੀ ਨਹੀਂ ਉਹਦੀ ਗੱਲ। ਉਹਦੀ ਇੰਨੀ ਨੇੜਤਾ ਹੋ ਗਈ। ਗੁਫ਼ਤਗੂ ਤਾਂ ਉਹਦੇ ਨਾਲ ਕਰੋਗੇ ਜਿਹਦੇ ਨਾਲ ਤੁਹਾਡੀ ਬਹੁਤ ਨੇੜਤਾ ਹੈ, ਅਤੇ ਜਿਹਦੇ ਨਾਲ ਬਹੁਤ ਨੇੜਤਾ ਹੈ ਉਹ ਤੁਹਾਡੀ ਗੱਲ ਨਹੀਂ ਮੋੜ ਸਕੇਗਾ। ਇੱਦਾਂ ਰੱਬ ਦੇ ਉਹ ਨੇੜੇ ਬਹਿ ਜਾਂਦੇ ਨੇ। ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਉਹ ਰੱਬ ਦੇ ਇੰਨੇ ਨੇੜੇ ਹੋ ਗਏ, ਹਾਜ਼ਰ ਨਾਜ਼ਰ ਜਾਣ ਲਿਆ। ਫਿਰ ਕੋਈ ਵੀ ਗੁਫ਼ਤਗੂ ਉਹ ਰੱਬ ਨੂੰ ਕਹਿਣ, ਰੱਬ ਨੂੰ ਉਸੇ ਵਕਤ ਪਾਸ ਕਰਨਾ ਪੈਂਦਾ, ਉਸੇ ਵਕਤ ਮੰਨਣਾ ਪੈਂਦਾ। ਔਰ ਸਾਧ ਸੰਗਤ ਤੁਰ ਦਰਗਾਹ ਤੱਕ ਫਿਰ ਗੁਰੂ ਜਾਮਣੀ ਲੈਂਦਾ, ਉਹਦੀ ਜਾਮਣੀ ਦਿੰਦਾ। ਔਰ ਤੁਰ ਦਰਗਾਹ ਤੱਕ ਇਕੱਲਾ ਲੋਕ ਵਿੱਚ ਨਹੀਂ, ਜੇ ਗੁਰੂ ਨੇ ਲਿਖ ਕੇ ਦਿੱਤਾ ਨਾ, ਵੈਸੇ ਲਿਖਤੀ ਕੋਈ ਦਿੰਦਾ ਨਹੀਂ, ਲੋਕ ਲਿਖਤ ਤੋਂ ਡਰਦੇ ਨੇ। ਆ ਸਰਕਾਰ ਵੀ MSP ਲਿਖਤੀ ਨਹੀਂ ਨਾ ਗਰੰਟੀ ਦੇ ਰਹੀ ਸਾਨੂੰ, ਲਿਖਤ ਤੋਂ ਹਰ ਬੰਦਾ ਡਰਦਾ। ਗੁਰੂ ਨੇ ਲਿਖ ਕੇ ਦਿੱਤਾ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਮੈਂ ਤੈਨੂੰ ਲਿਖ ਕੇ ਦਿੰਦਾ, ਇਹ ਲੋਕ ਵੀ ਸੁਖੀ ਪਰ ਲੋਕ ਵੀ ਸੁਹੇਲਾ। ਪਰ ਸ਼ਰਤ ਇਹ ਹੈ ਤੈਨੂੰ ਗੁਰੂ ਦੇ ਅਨੁਸਾਰ ਸਚਿਆਰ ਹੋ ਕੇ ਚੱਲਣਾ ਪੈਣਾ। ਤੂੰ ਦਿਲ ਦੀ ਦਰਵਾਨੀ ਕਰਕੇ ਚੱਲੀ, ਪਹਿਰੇਦਾਰੀ ਕਰੀ, ਦਿਲੋਂ ਸੱਚਾ ਹੋ ਕੇ ਤੁਰੀ, ਰੱਬ ਤੇਰੇ ਨਾਲ ਹੈ। ਅੱਜ ਸਾਧ ਸੰਗਤ ਆਪਾਂ ਉਸ ਬਹੁਤ ਹੀ ਪਿਆਰੀ ਰੂਹ ਦੀ ਯਾਦ ਵਿੱਚ ਬੈਠੇ ਹਾਂ, ਜਿਨ੍ਹਾਂ ਨੇ ਦਿਲ ਦਰਵਾਨੀ ਵੀ ਕੀਤੀ ਹੈ। ਮੈਂ ਉਹਨਾਂ ਦੇ ਦਰਸ਼ਨ ਵੀ ਕੀਤੇ ਨੇ, ਰਾਏਪੁਰ ਸੰਗਤ ਵੀ ਕੀਤੀ ਹੈ। ਔਰ ਇਸ ਗੱਲ ਦੀ ਇੱਛਾ ਨਹੀਂ ਕਿ ਲੋਕ ਮੇਰੀ ਵਡਿਆਈ ਕਰਨ, ਇਸ ਗੱਲ ਦੀ ਇੱਛਾ ਨਹੀਂ ਕਿ ਲੋਕ ਬਹੁਤ ਜ਼ਿਆਦਾ ਮੇਰੀ ਉਪਮਾ ਕਰਨ। ਰੱਬ ਦੇ ਨੇੜੇ ਰਹਿਣ ਵਾਲੇ ਇੰਨੇ ਉੱਚੇ ਹੋ ਜਾਂਦੇ ਨੇ, ਉਹਨਾਂ ਨੂੰ ਸੰਸਾਰ ਦੀ ਵਡਿਆਈ ਫਿੱਕੀ ਲੱਗਣ ਲੱਗ ਪੈਂਦੀ, ਉਹਨਾਂ ਨੂੰ ਸੰਸਾਰ ਦੀ ਉਸਤਤ ਵਿੱਚੋਂ ਕੋਈ ਮਿਠਾਸ ਨਹੀਂ ਆਉਂਦੀ। ਉਹਨਾਂ ਨੂੰ ਇਸ ਗੱਲ ਦੀ ਦਰਵਾਨੀ ਰਹਿੰਦੀ ਹੈ, ਪਹਿਰੇਦਾਰੀ ਰਹਿੰਦੀ ਹੈ। ਗੁਰੂ ਉਹਨਾਂ ਨੂੰ 24 ਘੰਟੇ ਯਾਦ ਰੱਖਦਾ। ਦੁਨੀਆ ਦੀਆਂ ਵਡਿਆਈਆਂ ਤੋਂ ਪਰੇ ਰਹਿਣ ਲੱਗ ਪੈਂਦੇ ਨੇ। ਕਿਉਂ? ਜਿੱਦਣ ਵਡਿਆਈਆਂ ਲੈਣ ਲੱਗ ਪਿਆ ਉਦਣ ਗੁਣ ਖਤਮ ਹੋਣ ਲੱਗ ਪੈਂਦੇ ਨੇ। ਫਿਰ ਉਹ ਗੁਰਮੁਖ ਯਾਦ ਰੱਖਦਾ ਕਿ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲਈ ਨਾਮ ਵਿਸਾਰਿਆ, ਇੱਕ ਨਾ ਚੱਲਿਆ ਨਾਲ। ਇੰਨੀ ਵਡਿਆਈਆਂ ਨੇ ਨਾਮ ਭੁਲਾ ਦੇਣਾ, ਇਸ ਲਈ ਉਹ ਵਡਿਆਈਆਂ ਲੈਂਦੇ ਨਹੀਂ। ਮੈਂ ਸਾਧ ਸੰਗਤ ਵੇਖਿਆ, ਜਦੋਂ ਕਿ ਸਟੇਜ 'ਤੇ ਜਦੋਂ ਕੋਈ ਨਾਮ ਲੈਣਾ ਨਾ, ਉਹਨਾਂ ਬਾਰੇ ਗੱਲ ਚੱਲਣੀ ਤਾਂ ਹੱਥ ਜੋੜ ਕੇ ਉਨਾ ਹੀ ਸਿਰ ਨੀਵਾਂ ਕਰ ਲੈਣਾ, ਉਨਾ ਹੀ ਹੋਰ ਅੰਦਰੋਂ ਚੁੱਕ ਜਾਣਾ। ਕਿਉਂ? ਇਹ ਗੁਰਮੁਖ ਦੀ ਨਿਸ਼ਾਨੀ ਹੈ। ਅਸੀਂ ਜੇ ਕੋਈ ਸਾਡਾ ਨਾਮ ਲਵੇ, ਅਸੀਂ ਉੱਚਾ ਹੋ ਕੇ ਸੁਣੀਦਾ, ਮੇਰਾ ਚੱਲ ਰਿਹਾ। ਦੋ ਚੋਂ ਬਾਰੇ ਵੇਖੀਦਾ ਵੀ ਮੈਨੂੰ ਵੇਖਣ ਮੇਰੇ ਬਾਰੇ ਹੋ ਰਹੀ। ਜਦੋਂ ਉਹਨਾਂ ਦਾ ਕੋਈ ਨਾਮ ਸਟੇਜ 'ਤੇ ਆਉਣਾ, ਜਦੋਂ ਕਿਸੇ ਨੇ ਬੋਲਣਾ, ਉਹਨਾਂ ਹੱਥ ਜੁੜੇ ਹੋਏ ਹੋਰ ਸਿਰ ਝੁਕਾ ਲੈਣਾ, ਅੱਖਾਂ ਹੋਰ ਨੀਵੀਆਂ ਕਰ ਲੈਣੀਆਂ। ਕਿਉਂ? ਰੱਬ ਦੇ ਨੇੜੇ ਰਹਿਣ ਵਾਲੇ ਦੁਨੀਆ ਦੀਆਂ ਵਡਿਆਈਆਂ ਲੈ ਕੇ ਖੁਸ਼ ਨਹੀਂ ਹੁੰਦੇ, ਰੱਬ ਉਹਨੂੰ ਇੰਨੀ ਵਡਿਆਈ ਦੇ ਦਿੰਦਾ। ਸਾਧ ਸੰਗਤ ਫਿਰ ਸਾਰਾ ਕੁਝ ਫਿੱਕਾ ਲੱਗਣ ਲੱਗ ਪਿਆ। ਤਾਈਓ ਬਾਬਾ ਫਰੀਦ ਸਾਹਿਬ ਨੇ ਕਿਹਾ ਨਾ, ਗੁੜ ਵੀ ਮਿੱਠਾ ਹੋ ਸਕਦਾ, ਮਿਸਰੀ ਉਹਦੇ ਨਾਲੋਂ ਵੀ ਮਿੱਠੀ ਹੈ, ਸ਼ਹਿਦ ਉਹਦੇ ਨਾਲੋਂ ਵੀ ਮਿੱਠਾ ਹੈ, ਪਰ ਦੁਨੀਆ ਦੇ ਲੋਕੋ ਨਾਮ ਜਿਹੜਾ ਉਹ ਸਾਰਿਆਂ ਨਾਲੋਂ ਮਿੱਠਾ ਹੈ। ਰੱਬ ਦਾ ਨਾਮ ਸਾਰਿਆਂ ਨਾਲੋਂ ਉੱਤਮ ਹੈ। ਗੁੜ ਮਿੱਠਾ ਹੋ ਸਕਦਾ, ਮਿਸ਼ਰੀ ਉਹਦੇ ਨਾਲੋਂ ਮਿੱਠੀ ਹੈ, ਸ਼ਹਿਦ ਉਹਦੇ ਨਾਲੋਂ ਮਿੱਠਾ ਹੈ। ਸ਼ੱਕਰ ਖੰਡ ਨਿਮਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਰੱਬ ਦੇ ਨਾਮ ਜਪਣ ਵਾਲਿਆਂ ਦੇ ਬਰਾਬਰ ਨਹੀਂ। ਉਹਨਾਂ ਨੂੰ ਪਤਾ ਹੈ ਜਿਹੜੀ ਨਾਮ ਦੀ ਵਡਿਆਈ ਹੈ ਉਹਦੇ ਬਰਾਬਰ ਆ ਲੋਕਾਂ ਦੀ ਵਡਿਆਈ ਨਹੀਂ ਹੋ ਸਕਦੀ। ਉਹ ਫਿਰ ਇੰਨੇ ਉੱਚੇ ਹੋ ਜਾਂਦੇ। ਮੈਂ ਕਈ ਵਾਰ ਉਦਾਹਰਨ ਦਿੰਦਾ ਹੁੰਦਾ, ਆ ਗੱਲ ਕਹਿ ਕੇ ਆਪਾਂ ਸਮਾਪਤੀ ਕਰਨੀ ਹੈ। ਮੈਨੂੰ ਪਤਾ ਤੁਸੀਂ ਬਹੁਤ ਲੰਬੇ ਸਮੇਂ ਤੋਂ ਬੈਠੇ ਹੋ। ਸਾਧ ਸੰਗਤ, ਜਿਹੜੇ ਪੈਸੇ ਜੇਬ ਵਿੱਚ ਰੱਖ ਲਓ ਨਾ, ਉਹ ਚੱਲ ਹੀ ਜਾਂਦੇ ਨੇ।
अज भी मुक जाने, कल परसों तेल पवा लिया, मोबाइल च पवा लिया, फ्रूट ले आंदा, सब्जी ले आंदी, चल जाने ने। ਜਿਹੜੇ पैसे थोड़े ਜਿਹੇ कमाई चों अलग कढ़ के किते फिक्स डिपॉजिट करा दो ना, ਉਹਨੂੰ कोई FDR करा दे, अलग रख दे, ਤੁਸੀਂ ਵੇਖਦੇ ਹੋ साल बाद ਉਹਦੇ ਨਾਲ 5-10 ਹਜ਼ਾਰ ਹੋਰ ਜੁੜ ਜਾਂਦਾ ਹੈ, ਹੋਰ ਜੁੜ ਜਾਂਦਾ ਹੈ, ਉਹ ਵਧਣ ਲੱਗ ਪੈਂਦੇ ਨੇ, ਕਿਉਂਕਿ ਉਹ ਅਲੱਗ ਕਰਕੇ ਰੱਖਦੇ, ਕੋਲ ਨਹੀਂ ਰੱਖੇ। ਇੱਦਾਂ ਹੀ ਜਿਹੜਾ ਬੰਦਾ ਵਡਿਆਈ ਕੋਲ ਰੱਖਣ ਲੱਗ ਜਾਏ, ਉਹਦੀਆਂ ਵਡਿਆਈਆਂ ਘਟਣ ਲੱਗ ਪੈਂਦੀਆਂ ਨੇ। ਜਿਹੜਾ ਵਡਿਆਈ ਲੈ ਕੇ ਕੋਲ ਰੱਖ ਲੈ, ਉਹ ਵਡਿਆਈਆਂ ਮੁੱਕਣ ਲੱਗ ਪੈਂਦੀਆਂ ਨੇ। ਅਤੇ ਵਡਿਆਈ ਵੱਧਦੀ ਕਿਹਨਾਂ ਦੀ ਹੈ? ਜਦੋਂ ਸੰਸਾਰ ਉਹਨਾਂ ਦੀ ਸੇਵਾ ਵੇਖ ਕੇ, ਸਿਮਰਨ ਵੇਖ ਕੇ, ਚੰਗੇ ਆਚਰਣ ਗੁਣ ਵੇਖ ਕੇ ਵਡਿਆਈ ਕਰੇ, ਉਹ ਵਡਿਆਈ ਕੋਲ ਨਹੀਂ ਰੱਖਦੇ, ਉਹ ਸਿੱਧੀ ਲਿਆ ਕੇ ਗੁਰੂ ਨੂੰ ਜਮ੍ਹਾਂ ਕਰਾ ਦਿੰਦੇ ਨੇ। ਜਿਨ੍ਹਾਂ ਦੀ ਵਡਿਆਈ ਗੁਰੂ ਕੋਲ ਜਮ੍ਹਾਂ ਹੋ ਗਈ, ਮਾਫ ਕਰਿਓ, ਉਹ ਸਰੀਰ ਕਰਕੇ ਮਰਨ ਤੋਂ ਬਾਅਦ ਵੀ ਰਹਿੰਦੀ ਹੈ, ਸਦੀਆਂ ਤੱਕ ਵਡਿਆਈ ਰਹਿੰਦੀ, ਕਿਉਂ? ਗੁਰੂ ਕੋਲ ਜਮ੍ਹਾਂ ਕਰਾਤੀ। ਹੁਣ ਉਹ ਵਡਿਆਈ ਘਟ ਨਹੀਂ ਸਕਦੀ। ਤਾਈਓ ਸਾਹਿਬ ਨੇ ਕਿਹਾ ਕੋਲ ਨਾ ਰੱਖਿਆ ਕਰ, ਕਿਤੇ ਗੁਰੂ ਨੂੰ ਜਮ੍ਹਾਂ ਕਰਾ ਦਿਆ ਕਰ। ਇਹ ਵਡਿਆਈ ਗੁਰੂ ਕੋਲ ਜਮ੍ਹਾਂ ਕਰਾ ਦਿੱਤੀ। ਇੰਨੀ ਗੱਲ ਕਹਿ ਕੇ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਏ ਮੇਰਾ। ਪਾਤਸ਼ਾਹ ਕਹਿੰਦੇ ਜਿਨ੍ਹਾਂ ਵਡਿਆਈ ਜਮ੍ਹਾਂ ਕਰਾਈ, ਭਾਈ ਉਹਨਾਂ ਦੀ ਵਡਿਆਈ ਸਰੀਰ ਛੱਡਣ ਤੋਂ ਬਾਅਦ ਵੀ ਹੋਈ ਹੈ। ਉਹ ਇੰਡੀਵਿਜੂਅਲ ਅਰਦਾਸ ਕਰਦੇ ਆਪਣੇ ਵੱਲੋਂ, ਰੋਜ਼ ਉੱਠਦਿਆਂ ਬਹਿੰਦਿਆਂ ਗੁਰੂ ਦੇ ਦਰਬਾਰ 'ਚ ਜਦੋਂ ਆਉਣ, ਗੁਰੂ ਨੂੰ ਹੱਥ ਜੋੜ ਕੇ ਕਹਿੰਦੇ ਨੇ, ਤੁਧ ਆਗੇ ਅਰਦਾਸ ਹਮਾਰੀ, ਆਖੋ ਤੁਧ ਆਗੇ ਅਰਦਾਸ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ। ਉਹਨਾਂ ਦੀ ਨਿਤ ਅਰਦਾਸ ਰਹਿੰਦੀ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ। ਇੱਕ ਮੈਂ ਇਹਨਾਂ ਨੂੰ ਵੇਖਿਆ ਤੇ ਇੱਕ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਤਾਂ ਸਾਧ ਸੰਗਤ ਜਦੋਂ ਉਹਨਾਂ ਦੀ ਕੋਈ ਵਡਿਆਈ ਕਰੇ ਤਾਂ ਮੈਂ ਉਹਨਾਂ ਦੇ ਪਾਸ ਹੀ ਬੈਠਾ, ਤਾਂ ਉਹ ਇਹੀ ਅੰਦਰੋਂ ਪੜ੍ਹੀ ਗਏ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਜਿੰਨੀ ਦੇਰ ਸਟੇਜ ਤੋਂ ਉਹਨਾਂ ਦੀ ਕੋਈ ਗੱਲ ਚੱਲ ਰਹੀ ਸੀ, ਉਨੀ ਦੇਰ ਉਹਨੇ ਇਹੀ ਪੰਕਤੀ ਕਹੀ। ਉਹ ਵਡਿਆਈ ਜਮ੍ਹਾਂ ਕਰਾ ਦਿੰਦੇ, ਉਹ ਫਿਰ ਵਡਿਆਈਆਂ ਵੱਧਦੀਆਂ ਨੇ। ਆਪਾਂ ਵੀ ਪੰਕਤੀ ਪੜ੍ਹੀਏ ਸਾਰੇ ਪਿਆਰ ਨਾਲ। ਜਪਣ ਵਾਲਿਆਂ ਦੀ ਸੰਗਤ, ਸੇਵਾ ਕਰਨ ਵਾਲਿਆਂ ਦੀ ਸੰਗਤ, ਸਤਿਗੁਰ ਕੀ ਸੇਵਾ ਅਤ ਸੁਖਾਲੀ, ਸੁੱਖ ਦੇਣ ਵਾਲੀ ਹੈ। ਕਿਹੜੀ ਚੀਜ਼ ਹੈ ਜਿਹੜੀ ਸੇਵਾ 'ਚੋਂ ਨਹੀਂ ਮਿਲਦੀ? ਸਭ ਕੁਝ ਸੇਵਾ 'ਚੋਂ ਮਿਲਦਾ ਹੈ। ਪਾਤਸ਼ਾਹ ਨੇ ਲਿਖ ਕੇ ਦਿੱਤਾ ਹੈ, ਤੂੰ ਪਛੜਿਆ ਹੋਵੇਂ ਤੈਨੂੰ ਗੁਰੂ ਆਗੂ ਬਣਾ ਸਕਦਾ ਹੈ, ਤੇਰੇ ਕੋਲ ਧਨ ਘਟ ਜਾਏ ਗੁਰੂ ਤੈਨੂੰ ਧਨਵਾਨ ਕਰ ਸਕਦਾ ਹੈ, ਤੂੰ ਰੋਗੀ ਹੋ ਜਾਏ ਗੁਰੂ ਤੇਰਾ ਰੋਗ ਦੂਰ ਕਰ ਸਕਦਾ ਹੈ, ਤੂੰ ਭਗਤੀ ਕਰਨਾ ਚਾਹਵੇਂ ਗੁਰੂ ਤੈਨੂੰ ਭਗਤ ਬਣਾ ਸਕਦਾ ਹੈ। ਕਰ ਕੀ? ਸੇਵਾ ਕਰਕੇ ਵੇਖ। ਪਾਸ਼ੰ ਕਰੋ ਤਗਰਣੀ ਵੈ ਨਿਰਾਸੰ ਆਸ ਪੂਰਣੈ, ਨਿਰਧਨ ਭਯੰ ਧਨਵੰਤੇ, ਰੋਗੀਅੰ ਰੋਗ ਖੰਡਣੈ, ਭਗਤਿਅੰ ਭਗਤ ਦਾਨੰ, ਰਾਮ ਨਾਮ ਗੁਣ ਕੀਰਤਨੈ, ਪਾਰ ਬ੍ਰਹਮ ਪੁਰਖ ਦਾ ਤਾਰੈ, ਨਾਨਕ ਗੁਰ ਸੇਵਾ ਕਿਨੈ ਨਾ ਲੱਭਤੇ। ਕਿਹੜੀ ਚੀਜ਼ ਹੈ ਜਿਹੜੀ ਸੇਵਾ 'ਚੋਂ ਨਹੀਂ ਲੱਭਦੀ? ਆਓ ਆਪਾਂ ਮਿਲ ਕੇ ਪਿਆਰ ਨਾਲ ਕਹੀਏ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ। ਸਾਰੇ ਪੜਿਓ, ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ, ਕਹੋ ਨਾਨਕ।
तुद आगे अरदास हमारी, तुद आगे अरदास हमारी, तुद आगे अरदास हमारी, तुद जियो पिंड सब तेरा, जियो पिंड सब तेरा, जियो पिंड सब तेरा, जियो कहो नानक सब तेरी वड्याई, कहो नानक सब तेरी वड्याई, कहो नानक सब, कहो नानक सब कोई नाओ न जाने मेरा, कोई नाओ न जाने मेरा, कोई नाओ न जाने, कोई नाओ न, कहो नानक सब तेरी वड्याई, कहो नानक सब तेरी वड्याई, कहो नानक सब तेरी वड्याई, कहो नानक सब कोई नाओ न जाने मेरा, कोई नाओ न जाने मेरा, कोई नाओ न जाने मेरा, कोई नाओ न जाने। आखो सतनाम श्री। साध संगत जिन्हां दी ये वड्याई सतगुर दे दर कबूल पैंदी है, उन्हां दा लोक भी सुखी पर लोक भी सुहेला। लोक कई कई वरियां तक उन्हां दीयां बातां पाउंदे ने। संसार 'च कोई किन्ना भी अमीर बंदा होवे, उहदी बात थोड़े दिनां विच मुक जांदी है, पर जपण वालियां दी वड्याई बहुत लंबा समा रहिंदी है। भाई साहब जी बैठे ने ब्रह्मपुरी साहब, इन्हां दा भाई बलदेव सिंह जी ब्रह्मपुरी दरबार साहब भी कीर्तन करते, हुण भी तुहानूं सवा घंटा ही नहीं कीर्तन सुनाया। पंजाबी दा एक कवि है, उन्होंने हुण स्टेट गौरमेंट ने मिनिस्टर का रैंक दिता है। उहदी एक पंक्ति बड़ी मकबूल हुई कि इन्ना ना सच बोल कि कल्ला ही रह जावे, चार क बंदे चाहिए अंत मोढ़ा देण लई। एक दिन अखबार में छप गई तो महापुर सैर कर रहे सन, वो अखबार का टोटा सामने पिया तो उन्हें चुक लिया, तो उन्हें झाड़ के पढ़न लग पे। तो सेवादार नूं कहते देखो जी ये कितना सोहना लिखिया होया है। वो सारी रवाई उन्हें लिखी सी कविता। तो बार बार वह बंद सी वे इन्ना ना सच बोल के कल्ला रह जाए, चार क बंदे चाहिए अंत मोढ़ा देण लई। तो महापुरुष नूं पढ़ के ना हसन लग पे, तो हस के कहते भी बाकी तो ठीक है, पर आ संसारियां वास्ते तो ठीक है, पर यह पंक्ति सारियां ते नहीं बई लागू हुंदी। तो सेवादार भी कहते महाराज तुहानूं पता है, कहते नहीं इहनूं फोन करो बई। तो जिहड़ा कवि उहनूं फोन भी किया, तो कहते भाई लिखो भी इदा भी हो सकता है भी इन्ना ही सच बोल। गुरमत की खेड अलग है, संसार वालियां दी होर है। संसारियां दी गल है भी इन्ना ना सच बोल, चार क बंदे तो रख ला मोढ़ा देण लई। कहते रब दे घर दी होर गल है, इत्थे तां इन्ना ही सच बोल कि कल्ला ही रह जावे। इन्ना ही सच बोल कि कल्ला ही रह जावे, वो लखां लोकी आ जाणगे तैनूं मोढ़ा देण लई। साध संगत जिदण साधु संसार तो जांदा है, उदण दुनिया का कोई पता नहीं। मैं अंत समा बाबा सेवा सिंह जी कार सेवा वाले, बाबा लाभ सिंह जी किला आनंदगढ़ वाले, तुसीं हैरान होवोगे। संगत का एक पासा अर्थी भवान श्री कीरतपुर साहब, ते संगत का दूजा कोना जिहड़ा सी वो श्री तख्त आनंदपुर साहब केसगढ़ साहब। इन्ना लंबा जाम, इन्नी संगत, और लोग विदेशों तो टिकटां खर्च के आ जाते हैं, हज़ारों रुपए दीयां टिकटां ला के आ जाते हैं, जिन्होंने स्नेह अंदर प्यार है। सो ये गुरमत गाड़ी राह है।
ਮੈਨੂੰ ਪਤਾ ਹੈ ਇੱਥੇ ਵੀ ਬੜਾ ਪ੍ਰੇਮ ਪਿਆਰ ਬਾਬਾ ਜੀ ਨੇ ਰਾਏਪੁਰ ਦੇ ਇਲਾਕੇ ਵਿੱਚ ਵੀ ਬਹੁਤ ਸੰਗਤਾਂ ਨਾਲ ਪਿਆਰ ਬਣਿਆ। ਤੁਸੀਂ ਸੱਜਣ ਉੱਥੋਂ ਆਏ ਹੋ, ਜੀ ਆਇਆਂ ਨੂੰ। ਸਤਿਗੁਰ ਕਿਰਪਾ ਕਰਨ ਅੱਜ ਸਾਡੀ ਇੰਨੀ ਹਾਜ਼ਰੀ ਪ੍ਰਵਾਨ ਕਰਿਓ। ਮਨ ਦੇ ਅੰਦਰ ਮੇਰੇ ਤਾਂਘ ਸੀ, ਮੈਂ ਤਰੀਕ ਵੀਰ ਜੀ ਨੂੰ ਦਿੱਤੀ ਕਿ ਆਪਾਂ ਹਾਜ਼ਰੀ ਭਰਨੀ, ਪਰ ਅੱਜ ਇੰਨੀ ਔਕੜ ਪੈਂਦੀ ਗਈ, ਇੰਨੀ ਔਕੜ ਪੈਂਦੀ ਗਈ ਤਾਂ ਐਂ ਲੱਗਾ ਵੀ ਲੇਟ। ਫਿਰ ਮੈਂ ਜਦੋਂ ਲੁਧਿਆਣੇ ਦੇ ਜਾਮ 'ਚੋਂ ਹੁਣ ਲੰਘਦੇ ਸੀ, ਫਿਰ ਤੇ ਮੈਂ ਕਿਹਾ ਵੀ ਨਹੀਂ ਇੱਦਾਂ ਤਾਂ ਨਹੀਂ, ਜੇ ਹਾਜ਼ਰੀ ਮਹਾਰਾਜ ਤੁਸੀਂ ਕਿਰਪਾ ਕੀਤੀ ਹੈ ਤਾਂ ਜ਼ਰੂਰ ਉੱਥੇ ਪਹੁੰਚਾਓ। ਫਿਰ ਸਾਧ ਸੰਗਤ ਆਪੇ ਸਤਿਗੁਰ ਸੇਵਾ ਕਰਦੇ ਨੇ, ਆਪ ਹੀ ਜਿਨ੍ਹਾਂ ਦੇ ਪ੍ਰੇਮ ਚਾਹੀਏ ਫਿਰ ਆਪ ਸਾਰਾ ਕੁਝ ਹੁੰਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਤੁਹਾਡਾ ਧੰਨਵਾਦ ਹੈ, ਤੁਸੀਂ ਲੰਬਾ ਸਮਾਂ ਬੈਠੇ ਹੋ, ਤੁਸੀਂ ਬਹੁਤ ਪਿਆਰ ਨਾਲ ਆਪਣੀ ਚਰਨ ਤੋੜੀ ਲੈ ਕੇ ਆਏ, ਸਭ ਦਾ ਧੰਨਵਾਦ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।